एक सेकेंड ओके कल ਅਸੀਂ ਕੀਤਾ ਸੀ ਲਿਬਰਲਿਜ਼ਮ ਦੇ ਬਾਰੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਸੀਗਾ ਕਿ ਲਿਬਰਲਿਜ਼ਮ ਦਾ ਮਤਲਬ ਹੁੰਦਾ ਹੈਗਾ ਵਾ ਫ੍ਰੀडम ਠੀਕ ਹੈ ਸੋ ਫ੍ਰੀडम ਦੇ ਬਾਰੇ ਵਿੱਚ ਅਸੀਂ ਕੱਲ ਗੱਲ ਕੀਤੀ ਸੀਗੀ ਸੋ ਫ੍ਰੀडम ਦੇ ਬਾਰੇ ਵਿੱਚ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਮੇਨ ਫਾਰਮਸ ਆਫ ਲਿਬਰਲਿਜ਼ਮ ਯਾਨੀ ਕਿ ਉਦਾਰਵਾਦ ਦੇ ਮੁੱਖ ਰੂਪ ਕਿਹੜੇ ਨੇ ਤਾਂ ਅਸੀਂ ਕਿਹਾ ਸੀ 3 ਟਾਈਪਸ ਆਫ ਦ फॉर्म ऑफ लिबरलिज्म की उदारवाद दे 3 रूप ने ठीक है द फर्स्ट वन इज ए क्लासिकल और नेगेटिव क्लासिकल ते नेगेटिव दे विच जिद्दां मैं तुहानू कल ही करवाया वा कि विदाउट एनी रिस्ट्रिक्शन मतलब किसी भी तरह की कोई भी रिस्ट्रिक्शन नहीं होनी चाहिए then ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਫ੍ਰੀडम ਦੇਣੀ ਚਾਹੀਦੀ ਹੈ ਠੀਕ ਹੈ ਸੋ ਇਸ ਨੂੰ ਅਸੀਂ ਕਹਾਂਗੇ ਕਲਾਸਿਕਲ ਔਰ ਨੈਗੇਟਿਵ ਲਿਬਰਲਿਜ਼ਮ ਜਿਹਦੇ ਰਾਈਟਰ ਤੁਹਾਨੂੰ ਕੱਲ ਕਰਵਾਏ ਸੀ ਕਿ ਜਿਹੜੇ ਸਪੋਰਟ ਕਰਦੇ ਆ ਕਿ ਹਾਂ ਕਿ ਜਿਹੜੀ ਨੈਗੇਟਿਵ ਲਿਬਰਲਿਜ਼ਮ ਹੈਗੀ ਹੈ ਹੋਣੀ ਚਾਹੀਦੀ ਹੈ ਜੌਨ ਲੌਕ ਐਡਮ ਸਮਿਥ ਹਰਬਰਟ ਸਪੈਂਸਰ ਠੀਕ ਹੈ ਸੋ ਇਹ 3 ਰਾਈਟਰ ਸੀਗੇ ਤੁਸੀਂ ਐਡਮਨ ਸਮਿਥ ਤੇ ਜੌਨ ਲੌਕ ਯਾਦ ਰੱਖ ਲਓ 2 ਰਾਈਟਰ ਹੈਗੇ ਨੇ ਜਿਹੜੇ ਇੰਪੋਰਟੈਂਟ ਨੇ ਤੋ ਇਹਨਾਂ ਦੋਹਾਂ ਰਾਈਟਰਸ ਨੂੰ ਤੁਸੀਂ ਯਾਦ ਰੱਖ ਲਓ ਕਿ 2 ਰਾਈਟਰ ਇਹ ਬੋਲਦੇ ਨੇ ਕਿ ਹਰੇਕ ਜਗ੍ਹਾ ਦੇ ਉੱਤੇ ਜਿਹੜੀ ਹੈਗੀ ਤੁਹਾਨੂੰ ਫ੍ਰੀडम ਹੋਣੀ ਚਾਹੀਦੀ ਹੈ ਠੀਕ ਹੈ ਸੋ ਇਹਦਾ ਮਤਲਬ ਇਹ ਹੈਗਾ ਵਾ ਕਿ ਰਿਸਟ੍ਰਿਕਸ਼ਨਸ ਨਹੀਂ ਹੋਣੀਆਂ ਚਾਹੀਦੀਆਂ ਇਵਨ ਕਿ ਇਹ ਪਰਸਨ ਤਾਂ ਇੱਥੋਂ ਤੱਕ ਬੋਲ ਦਿੰਦੇ ਹੈਗੇ ਨੇ ਕਿ ਗਵਰਨਮੈਂਟ ਨਹੀਂ ਹੋਣੀ ਚਾਹੀਦੀ ਰਿਸਟ੍ਰਿਕਸ਼ਨਸ ਨਹੀਂ ਹੋਣੀਆਂ ਚਾਹੀਦੀਆਂ ਪੁਲਿਸ ਨਹੀਂ ਹੋਣੀ ਚਾਹੀਦੀ ਮਤਲਬ ਇਦਾਂ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜੀ ਤੁਹਾਡੇ ਉੱਤੇ ਕਿਸੇ ਵੀ ਤਰ੍ਹਾਂ ਹਾਵੀ ਹੋ ਸਕੇ ਠੀਕ ਹੈ ਸੋ ਇਹ ਸੀਗਾ ਇੱਕ ਕਿਸਮ ਦੀ ਕਲਾਸਿਕਲ ਔਰ ਨੈਗੇਟਿਵ ਲਿਬਰਲਿਜ਼ਮ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਕੰਟੈਂਪਰੇਰੀ ਔਰ ਪੋਜ਼ਿਟਿਵ ਲਿਬਰਲਿਜ਼ਮ समझ रहे हैं इस चीज ਨੂੰ कंटेम्परेरी एंड पॉजिटिव लिबरलिज्म यानी कि समकाली ਅਤੇ ਸਕਾਰਾਤਮਕ ਲਿਬਰਲਿਜ਼ਮ ਠੀਕ ਹੈ ਸਮਕਾਲੀ ਨੂੰ ਅਸੀਂ ਮਾਡਰਨ ਵੀ ਬੋਲ ਸਕਦੇ ਹਾਂ ਕੰਟੈਂਪਰੇਰੀ ਵੀ ਬੋਲ ਸਕਦੇ ਹਾਂ ਪੋਜ਼ਿਟਿਵ ਵੀ ਬੋਲ ਸਕਦੇ ਹਾਂ ਸੋ ਵਰਡਸ ਦੇ ਵਿੱਚ ਉਹ ਨਹੀਂ ਹੋਣਾ ਕਨਫਿਊਜ਼ਡ ਨਹੀਂ ਹੋਣਾ ਕਿ ਮੈਡਮ ਨੇ ਤਾਂ ਜੇ ਪੋਜ਼ਿਟਿਵ ਪੜਾਇਆ ਸੀ ਇਹਦੇ ਵਿੱਚ ਮਾਡਰਨ ਆ ਗਿਆ ਜਾਂ ਮੈਡਮ ਨੇ ਕੰਟੈਂਪਰੇਰੀ ਪੜਾਇਆ ਸੀ ਇਹਦੇ ਵਿੱਚ ਪੋਜ਼ਿਟਿਵ ਆ ਗਿਆ ਮੈਂ ਤਿੰਨੇ ਵਰਡ ਬੋਲ ਰਹੀ ਹਾਂ ਕਿ ਤਿੰਨੇ ਤਰੀਕੇ ਦੇ ਨਾਲ ਕੁਐਸਚਨ ਆ ਸਕਦਾ ਹੈ ਠੀਕ ਹੈ कि मॉडर्न कंटेम्परेरी और पॉजिटिव लिबरलिज्म ठीक है ਇਹਦੇ ਬਾਰੇ ਵਿੱਚ ਅਸੀਂ ਲਿਖਣਾ ਹੈਗਾ ਵਾ ਕਹਿੰਦੇ ਮਾਡਰਨ ਟਾਈਮ ਦੀ ਜਿਹੜੀ ਲਿਬਰਲਿਜ਼ਮ ਹੈਗਾ ਵਾ ਉਹ ਤਾਂ ਆਇਆ ਸੀ ਬਿਕੋਜ਼ 19 ਸੈਂਚੁਰੀ ਤੋਂ ਜਾਂਦੇ ਜਾਂਦੇ 20 ਸੈਂਚੁਰੀ ਦੇ ਵਿੱਚ ਕੁਝ ਚੇਂਜਸ ਹੋ ਗਈਆਂ ਸੀਗੀਆਂ ਚੇਂਜਸ ਇਸ ਤਰੀਕੇ ਦੀਆਂ ਹੋਈਆਂ ਸੀ ਕਿਉਂਕਿ ਜਦੋਂ ਅਸੀਂ 19 ਸੈਂਚੁਰੀ ਵਿੱਚ ਜਾਂਦੇ ਆ ਤਾਂ ਤੁਸੀਂ ਦੇਖੋ ਮੈਂ ਗੱਲ ਕਰ ਰਹੀ ਹੈਗੀ ਆ ਕਲਾਸਿਕਲ ਯਾਨੀ ਕਿ ਪੁਰਾਣੇ ਟਾਈਮ ਪੀਰੀਅਡ ਦੀ ਜਿਹਦੇ ਵਿੱਚ ਕਿਹਾ ਗਿਆ ਸੀ ਰਿਸਟ੍ਰਿਕਸ਼ਨਸ ਤੋਂ ਹੋਣੀਆਂ ਹੀ ਨਹੀਂ ਚਾਹੀਦੀਆਂ ਠੀਕ ਹੈ तो 20 सेंचुरी आ गया यानी कि मॉडर्न टाइम पीरियड आ गया हुण मॉडर्न टाइम पीरियड दे विच रिस्ट्रिक्शंस होनियां चाहिदियां ने ठीक है क्योंकि कहंदे असीं देखदे हैगे आ कि पुराने टाइम पीरियड दे विच जिहड़ी डेमोक्रेसी हैगी है कहंदे मॉडर्न टाइम पीरियड आया क्यों किहड़ियां चीज़ां इहदे लई रिस्पोंसिबल सीगियां क्यों मॉडर्न टाइम दी जरूरत पई क्यों असीं पुराने तरीके दे नाल सिस्टम नहीं चला सके पॉलिटिक्स दा द फर्स्ट वन इज कहंदे कि लोकतंत्र दा ਜਿਹੜਾ ਲੋਕਤੰਤਰ ਨੂੰ ਸਪਰੈਡ ਕਰਨਾ ਸੀ ਲੇਕਿਨ ਇੱਕ ਪੋਲੀਟੀਸ਼ੀਅਨ ਦੇ ਵੇ ਦੇ ਨਾਲ ਠੀਕ ਹੈ ਪੋਲਿਟਿਕਸ ਦੇ ਵੇ ਦੇ ਨਾਲ ਗਵਰਨਮੈਂਟ ਨੂੰ ਜਿਹੜਾ ਹੈਗਾ ਲੋਕਤੰਤਰ ਨੂੰ ਕਰਨਾ ਸੀ ਅਸੀਂ ਸਪਰੈਡ ਅਸੀਂ ਬੋਲਦੇ ਹੈਗੇ ਨਾ ਸਪਰੈਡ ਆਫ ਅ ਪੋਲੀਟੀਕਲ ਡੈਮੋਕ੍ਰੇਸੀ ਯਾਨੀ ਕਿ ਰਾਜਨੀਤਿਕ ਲੋਕਤੰਤਰ ਦਾ ਪ੍ਰਸਾਰ ਜਿਹੜਾ ਹੈਗਾ ਵਾ ਉਹ ਹੋਣਾ ਚਾਹੀਦਾ ਹੈਗਾ ਵਾ ठीक है उस तो इलावा हैगा वा कहंदे द एक्सप्लोटेशंस ऑफ अ वर्कर ड्यू टू ए नॉन इंटरफेरेंस ऑफ द स्टेट इन द इकोनॉमिक स्पेयर्स मतलब कहंदे कि राज द्वारा आर्थिक खेतर विच दखल अंदाजी ना देण दे करके शोषण हो रहा सी जदों मैं तुहानू क्लासिकल करवाया पिछला करवाया ते मैं बोलिया कि गवर्नमेंट नू अपनी ज्यादा इंटरफेरेंस नहीं करनी चाहिए हैगी नॉर्मल लोकां दे काम दे विच हुण देखो गवर्नमेंट इंटरफेरेंस नहीं ना करती गवर्नमेंट रूल नहीं ना ਬਣਾਉਂਦੀ ਪ੍ਰੋਬਲਮ ਕ੍ਰੀਏਟ ਹੁੰਦੀਆਂ ਨੇ ਪ੍ਰੋਬਲਮ ਕਿਦਾਂ ਕ੍ਰੀਏਟ ਹੁੰਦੀਆਂ ਨੇ ਆ ਜਿਹੜੇ ਸਾਡੇ ਵਰਕਰ ਲੱਗੇ ਨੇ ਜਿਹੜੀ ਲੇਬਰ ਕਲਾਸ ਲੱਗੀ ਆ ਉਹਨਾਂ ਦੇ ਲਈ ਪ੍ਰੋਬਲਮ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਲਈ ਪ੍ਰੋਬਲਮ ਖੜੀਆਂ ਕਿਦਾਂ ਤੁਸੀਂ ਦੇਖੋ ਉਹਨਾਂ ਦੇ ਕੋਲ ਜਿੰਨਾ ਮਰਜ਼ੀ ਕੰਮ ਲਿਆ ਜਾ ਸਕਦਾ ਵਾ
ਕਿਉਂਕਿ ਕੋਈ ਰੂਲ ਹੀ ਹੈ ਨਹੀਂ। ਜਦ ਤੁਸੀਂ ਗਵਰਨਮੈਂਟ ਨੂੰ ਹੀ ਬੋਲ ਦਿੰਦੇ ਹੋ ਕਿ ਗਵਰਨਮੈਂਟ ਹੀ ਨਹੀਂ ਹੋਣੀ ਚਾਹੀਦੀ, ਗਵਰਨਮੈਂਟ ਨੂੰ ਚਾਹੀਦਾ ਹੈ ਘੱਟ ਤੋਂ ਘੱਟ ਇੰਟਰਫੇਰੈਂਸ ਕਰੇ, ਇਹਦਾ ਮਤਲਬ ਗਵਰਨਮੈਂਟ ਰੂਲ ਹੀ ਨਹੀਂ ਬਣਾਏਗੀ। ਗਵਰਨਮੈਂਟ ਰੂਲ ਨਹੀਂ ਬਣਾਏਗੀ, ਅਸੀਂ ਤਾਂ ਆਪਣੇ ਅਕੋਰਡਿੰਗ ਕੁਝ ਵੀ ਰੂਲ ਬਣਾ ਦਾਂਗੇ। ਮੈਂ ਕਹਿ ਦੂੰਗੀ ਜਿੱਦਾਂ ਹੁਣ ਤੁਸੀਂ ਇੱਕ ਕਿਸਮ ਦਾ ਮੈਨੂੰ ਇੱਕ ਹਾਇਰ ਪੋਜੀਸ਼ਨ ਦੇ ਦਿਓ ਥੋੜੇ ਚਿਰ ਦੇ ਲਈ, ਜਿੱਦਾਂ ਮੈਨੂੰ ਅੰਬਾਨੀ ਬਣਾ ਦਿਓ ਥੋੜੇ ਚਿਰ ਲਈ, ਠੀਕ ਹੈ, ਮੈਨੂੰ ਵੀ ਥੋੜਾ ਜਿਹਾ ਖੁਸ਼ ਹੋ ਲੈਣ ਦਿਓ। ਤੋ ਮੈਨੂੰ ਅੰਬਾਨੀ ਬਣਾ ਲਓ ਕੁਝ ਚਿਰ ਲਈ, ਮੈਂ ਕਹੂੰਗੀ ਮੇਰੇ ਜਿੰਨੇ ਵਰਕਰ ਲੱਗੇ ਆ 20-20 ਘੰਟੇ ਕੰਮ ਕਰਨ। ਗਵਰਨਮੈਂਟ ਹੈ ਨਹੀਂ, ਮੈਂ ਆਪਣੇ ਅਕੋਰਡਿੰਗ ਰੂਲ ਸੈੱਟ ਕਰਾਂਗਾ। ਏਦਾਂ ਦੇ ਅਮੀਰ ਲੋਕ ਹੁੰਦੇ ਨੇ, ਉਹ ਕੀ ਕਰਦੇ ਨੇ, ਆਪਣੇ ਅਕੋਰਡਿੰਗ ਰੂਲ ਸੈੱਟ ਕਰਦੇ ਨੇ, ਠੀਕ ਹੈ। ਆਪਣੇ ਅਕੋਰਡਿੰਗ ਜਦੋਂ ਉਹ ਪਰਸਨ ਰੂਲ ਸੈੱਟ ਕਰਦੇ ਨੇ ਤੇ ਜਿਹੜੇ ਸਾਡੇ ਗਰੀਬ ਲੋਕ ਹੈਗੇ ਨੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈਗਾ ਵਾ, ਠੀਕ ਹੈ। ਉਸ ਤੋਂ ਇਲਾਵਾ ਹੈਗਾ ਵਾ ਕਹਿੰਦੇ ਤੁਹਾਡਾ ਜਿਹੜਾ ਥਰਡ ਪੁਆਇੰਟ ਹੈਗਾ, ਕਹਿੰਦੇ ਜਦੋਂ ਕਹਿੰਦੇ ਕਿ ਖੁੱਲੇ ਮੁਕਾਬਲੇ ਯਾਨੀ ਕਿ ਓਪਨ ਕੰਪੀਟੀਸ਼ਨ ਕਰਵਾ ਦਿੱਤੇ ਜਾਂਦੇ, ਇਹਦੇ ਨਾਲ ਕੀ ਹੁੰਦਾ ਵਾ ਕਿ ਜਿਹੜਾ ਸਿਸਟਮ ਹੈਗਾ ਨਾ ਉਹ ਕੁਝ ਪਰਸਨ ਦੇ ਹੱਥਾਂ ਦੇ ਵਿੱਚ ਆ ਜਾਂਦਾ ਹੈਗਾ ਵਾ। ਕਹਿੰਦੇ ਰਿਚ ਤੇ ਜਿਹੜੇ ਪੂਅਰ ਹੁੰਦੇ ਉਹਨਾਂ ਦੇ ਵਿਚਕਾਰ ਜਿਹੜਾ ਗੈਪ ਹੈਗਾ ਨਾ ਉਹ ਬਹੁਤ ਵੱਧ ਜਾਂਦਾ, ਕਿਉਂਕਿ ਰਿਚ ਹੋਰ ਰਿਚ ਹੋ ਜਾਂਦੇ ਆ, ਠੀਕ ਹੈ। ਪੂਅਰ ਜਿਹੜੇ ਪਰਸਨ ਨੇ ਉਹ ਹੋਰ ਪੂਅਰ ਹੋ ਜਾਂਦੇ ਆ, ਕਿਉਂਕਿ ਜਦੋਂ ਤੁਸੀਂ ਇਹ ਗੱਲ ਬੋਲੀ ਨਾ ਕਿ ਓਪਨ ਕੰਪੀਟੀਸ਼ਨ ਰੱਖ ਦੋ, ਓਪਨ ਕੰਪੀਟੀਸ਼ਨ ਦਾ ਮਤਲਬ ਕਿ ਅਮੀਰ ਜ਼ਿਆਦਾ ਪੈਸਾ ਲਾਏਗਾ, ਤੇ ਜਿਹੜਾ ਪਰਸਨ ਜ਼ਿਆਦਾ ਪੈਸਾ ਲਾਏਗਾ ਤੁਸੀਂ ਆਪ ਹੀ ਮੰਨ ਕੇ ਚੱਲੋ ਪਰਸਨ ਨੇ ਜ਼ਿਆਦਾ ਪੈਸਾ ਲਗਾਇਆ, ਇਹਦਾ ਮਤਲਬ ਉਹ ਅਮੀਰ ਹੋਏਗਾ। ਗਰੀਬ ਕਿਉਂ ਪੈਸਾ ਲਗਾਏਗਾ, ਗਰੀਬ ਕੋਲ ਤਾਂ ਪਹਿਲਾਂ ਹੀ ਪੈਸਾ ਹੈ ਨਹੀਂ। ਜਿਹਦੇ ਕਰਕੇ ਮਾਡਰਨ ਟਾਈਮ ਪੀਰੀਅਡ ਯਾਨੀ ਕਿ ਆਧੁਨਿਕ ਟਾਈਮ ਪੀਰੀਅਡ ਦੇ ਵਿੱਚ ਕੁਝ ਚੇਂਜਸ ਦੀ ਜ਼ਰੂਰਤ ਸੀ, ਕਿਉਂਕਿ 19th ਸੈਂਚੁਰੀ ਦੇ ਵਿੱਚ ਜਦੋਂ ਓਪਨ ਕੰਪੀਟੀਸ਼ਨ ਕਰ ਦਿੱਤਾ ਗਿਆ ਨਾ ਤੇ ਅਮੀਰ ਹੋਰ ਅਮੀਰ ਹੋਣ ਲੱਗ ਗਏ, ਗਰੀਬ ਹੋਰ ਗਰੀਬ ਹੋਣ ਲੱਗ ਗਏ, ਗਰੀਬਾਂ ਨੂੰ ਐਕਸਪਲੋਇਟ ਕੀਤਾ ਜਾਣ ਲੱਗਾ ਅਮੀਰਾਂ ਦੇ ਦੁਆਰਾ, ਜਿਹਦੇ ਕਾਰਨ ਜ਼ਰੂਰਤ ਸੀ ਨਵੇਂ ਸਿਸਟਮ ਦੀ, ਠੀਕ ਹੈ। ਤੇ ਜੋ ਸਾਡੇ ਮਾਡਰਨ ਟਾਈਮ ਪੀਰੀਅਡ ਦੇ ਕੁਝ ਰਾਈਟਰ ਨੇ, ਰਾਈਟਰ ਦਾ ਨਾਮ ਰਾਈਟ ਡਾਊਨ ਕਰ ਲਓ ਬਿਕੋਜ਼ ਤੁਹਾਨੂੰ ਪੁੱਛਿਆ ਜਾਏਗਾ, ਮੈਨੂੰ ਇੱਕ ਨਾ ਜਵਾਬ ਦੇਣਾ ਕਿ ਤੁਹਾਨੂੰ ਆਂਦਾ ਨਹੀਂ ਹੈਗਾ, ਠੀਕ ਹੈ। तो राइट डाउन कर लो, कहते GDH कोल, ठीक है, हाँ जी बेटा, ठीक है जी, ठीक है, ओके ओके। तो अगर कुछ इस तरह के सिस्टम ਦੇ ਵਿੱਚ ਪ੍ਰੋਬਲਮ ਆਂਦੀ ਹੈ ਕਿ ਤੁਸੀਂ ਬਾਅਦ ਚ ਜੁਆਇਨ ਕਰਨਾ ਜਾਂ ਸਮਥਿੰਗ ਕੁਝ ਰਾਈਟ ਡਾਊਨ ਕਰ ਦਿਆ ਕਰੋ, ਠੀਕ ਹੈ। तो ਕਹਿੰਦੇ ਕਿ ਕੁਝ ਸਾਡੇ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਨੇ, ਰਾਈਟ ਡਾਊਨ ਕਰ ਲਓ, ਦਾ ਨੇਮ ਇਜ਼ ਦ ਰਾਈਟਰ ਨੇਮ ਇਜ਼ GDH कोल, ठीक है। तो दूसरा राइटर हैगा वा मैकाइवर, ठीक है, मैकाइवर। ते तीसरा राइटर हैगा वा हॉबस हाउस, हाब हाउस, ठीक है, हाब हाउस, स्पेलिंग लिख लो HOBHOUSE, हाब हाउस, ठीक है। कुछ ਜਿਹੜੇ ਰਾਈਟਰ ਨੇਮ ਹੈਗੇ ਨੇ, तो ਕਹਿੰਦੇ ਇਹ ਜਿਹੜੇ ਹੈਗੇ ਨੇ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਨੇ। ਇੱਕ ਹੋਰ ਵੀ ਰਾਈਟਰ ਨੇ, ਨਾਮ ਬਹੁਤ ਅੱਛਾ ਹੈ ਉਹਨਾਂ ਦਾ, ਲਾਸਕੀ। तो ये मॉडर्न टाइम पीरियड ਦੇ ਰਾਈਟਰ ਨੇ ਜਿਹੜੇ ਕਹਿੰਦੇ ਨੇ ਇਨਸਟਰਕਸ਼ਨਸ ਹੋਣੀਆਂ ਚਾਹੀਦੀਆਂ ਨੇ, ਰੂਲ ਐਂਡ ਰੈਗੂਲੇਸ਼ਨਸ ਹੋਣੇ ਚਾਹੀਦੇ ਨੇ, ਗਵਰਨਮੈਂਟ ਨੂੰ ਚਾਹੀਦਾ ਵਾ ਕਿ ਉਹ ਥੋੜੀ ਬਹੁਤੀ ਜਿਹੜੀ ਦਖਲ ਅੰਦਾਜ਼ੀ ਹੈਗੀ, ਇੰਟਰਫੇਰੈਂਸ ਹੈਗਾ ਵਾ ਉਹ ਜ਼ਰੂਰ ਕਰੇ, ਠੀਕ ਹੈ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈਗੀ ਕਿ ਇੰਟਰਫੇਰੈਂਸ ਹੋਣਾ ਚਾਹੀਦਾ ਵਾ, ਮॉडਰਨ ਟਾਈਮ ਪੀਰੀਅਡ ਦੇ ਜਿਹੜੇ ਰਾਈਟਰ ਹੈਗੇ ਨੇ ਉਹ ਕਹਿੰਦੇ ਨੇ। ਸੋ ਅਸੀਂ ਕਹਿਣਾ ਹੈ ਕਿ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਦੇ ਹੋਰ ਕਿਹੜੇ-ਕਿਹੜੇ ਪ੍ਰਿੰਸੀਪਲ ਹੈਗੇ ਨੇ, ਠੀਕ ਹੈ। ਤਾਂ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਦੇ ਕੁਝ ਪ੍ਰਿੰਸੀਪਲ ਹੈਗੇ ਨੇ ਜਿਹੜੇ ਕਿ ਅਸੀਂ ਹੁਣ ਕਰਾਂਗੇ। ਫਰਸਟ ਹੈਗਾ ਫੇਥ ਇਨ ए ਹਿਊਮਨਿਜ਼ਮ, ठीक है। पुराने टाइम पीरियड ਦੇ ਲੋਕ ਚਾਹੇ ਫੇਥ ਕਰਦੇ ਸੀ ਹਿਊਮਨਿਜ਼ਮ ਤੇ, ਯਾਨੀ ਕਿ ਮਾਨਵਵਾਦ ਵਿੱਚ ਵਿਸ਼ਵਾਸ ਕਰਦੇ ਸੀਗੇ, ਲੇਕਿਨ ਉਹ ਕਹਿੰਦੇ ਸੀਗੇ ਕਿ ਹਿਊਮਨ ਬੀਇੰਗ ਦੇ ਉੱਤੇ ਇਨਸਟਰਕਸ਼ਨਸ ਵਗੈਰਾ ਨਹੀਂ ਹੋਣੀਆਂ ਚਾਹੀਦੀਆਂ। ਲੇਕਿਨ ਅਸੀਂ ਅੱਜ ਗੱਲ ਕਰਾਂਗੇ ਕਿ ਠੀਕ ਹੈ ਹਿਊਮਨ ਬੀਇੰਗ ਜਿਹੜਾ ਹੈਗਾ ਉਸਨੂੰ ਸਭ ਸਾਈਡ ਦੇ ਉੱਤੇ ਇਕੁਐਲਿਟੀ ਦੇਣੀ ਚਾਹੀਦੀ ਹੈ, ਸੋਸ਼ਲ ਬੇਸ ਤੇ, ਇਕਨੋਮਿਕ ਬੇਸ ਦੇ ਉੱਤੇ, ਠੀਕ ਹੈ। ਹਰ ਸਾਈਡ ਤੇ ਅਸੀਂ ਕਹਿਣਾ ਕਿ ਉਸਨੂੰ ਇਕੁਐਲਿਟੀ ਦੇਣੀ ਚਾਹੀਦੀ ਹੈਗੀ ਆ। ਬਟ ਨਾਲ ਦੇ ਨਾਲ ਅਸੀਂ ਇਹ ਚੀਜ਼ ਕਵਾਂਗੇ ਕਿ ਹਿਊਮਨ ਬੀਇੰਗ ਕੋਈ ਮਸ਼ੀਨ ਨਹੀਂ ਹੈ, ਕੋਈ ਇੱਕ ਕਿਸਮ ਦਾ ਮਸ਼ੀਨ ਦਾ ਪੁਰਜਾ ਨਹੀਂ ਹੈ ਕਿ ਜੇ ਕੋ ਤੁਸੀਂ 24 ਘੰਟੇ 24 ਆਵਰਸ ਕੰਮ ਲੈਂਦੇ ਰਹੋ, ਇਸ ਤਰ੍ਹਾਂ ਦਾ ਨਹੀਂ ਹੈ, ਠੀਕ ਹੈ। ਸੋ रूल होंगे, रूल रेगुलेशंस होंगे, उस टाइम पीरियड ਦੇ ਅਕੋਰਡਿੰਗ ਅਸੀਂ ਸੈੱਟ ਕਰ ਦਾਂਗੇ ਇੱਕ ਹਿਊਮਨ ਬੀਇੰਗ ਜਿਹੜਾ ਹੈਗਾ ਵਾ ਉਹ ਕਿੰਨਾ ਕੰਮ ਕਰ ਸਕਦਾ, ਬਿਕੋਜ਼ ਹਿਊਮਨ ਬੀਇੰਗ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਉਹ ਲਿਵਿੰਗ ਥਿੰਗਸ, ਉਹ ਲਿਵਿੰਗ ਪਰਸਨ ਹੈਗਾ ਹਿਊਮਨ ਬੀਇੰਗ, ਠੀਕ ਹੈ। ਆਪਾਂ ਕਹਿੰਦੇ ਜਿਉਂਦੇ ਜਾਗਦੇ ਪ੍ਰਾਣੀ ਹੈਗੇ ਆ ਅਸੀਂ। ਤਾਂ ਕਲਾਸਿਕਲ ਟਾਈਮ ਪੀਰੀਅਡ ਜਿਹੜਾ ਹੈਗਾ ਉਹ ਕਹਿੰਦਾ ਕਿ ਰੂਲ ਰੈਗੂਲੇਸ਼ਨਸ ਨਾ ਹੋਣ, ਠੀਕ ਹੈ। ਗਵਰਨਮੈਂਟ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਇੰਟਰਫੇਰੈਂਸ ਕਰੇ, ਤਾਂ ਅਸੀਂ ਕਵਾਂਗੇ ਨਹੀਂ, ਹਿਊਮਨ ਬੀਇੰਗ ਜਿਹੜਾ ਹੈਗਾ ਵਾ ਉਹਨੂੰ ਜ਼ਰੂਰਤ ਹੈ ਇਹਨਾਂ ਰੂਲ ਰੈਗੂਲੇਸ਼ਨਸ ਦੀ, ਠੀਕ ਹੈ।
ਮੈਂ ਹਮੇਸ਼ਾ ਬੋਲਦੀ ਹਾਂ, ਅੱਜ ਰੂਲ ਐਂਡ ਰੈਗੂਲੇਸ਼ਨਸ ਹੈਗੇ ਨੇ, ਆਪਾਂ ਇਸ ਟਾਈਮ ਬੈਠੇ ਹੋਏ ਆ, ਤੁਸੀਂ ਮੈਨੂੰ ਸੁਣ ਰਹੇ ਹੋ, ਮੈਂ ਤੁਹਾਨੂੰ ਪੜ੍ਹਾ ਰਹੀ ਹਾਂ, ਰੂਲ ਨਾ ਹੋਣਗੇ ਤੁਸੀਂ ਕਹਿਣਾ ਕਿ ਸਾਨੂੰ ਸੁਣ ਲਓ, ਤੁਸੀਂ ਆਪ ਤਾਂ ਚੁੱਪ ਹੀ ਕਰ ਜਾਓ, ਇਸ ਤਰ੍ਹਾਂ ਵੀ ਕਹਿ ਸਕਦੇ ਹੋ। ਸੋ ਨੈਕਸਟ ਪੁਆਇੰਟ ਹੈ opposition to open competition and free trade। ਕਹਿੰਦੇ ਜਿਹੜੇ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਨੇ ਨਾ, ਉਹ ਕਹਿੰਦੇ ਕਿ ਖੁੱਲੇ ਮੁਕਾਬਲੇ ਜਾਂ ਸੁਤੰਤਰ ਵਪਾਰ ਦਾ ਵਿਰੋਧ ਕਰਨਾ ਚਾਹੀਦਾ ਵਾ, ਠੀਕ ਹੈ। ਉਹ ਕਹਿੰਦੇ ਕਿ ਖੁੱਲੇ ਮੁਕਾਬਲੇ ਨਹੀਂ ਹੋਣੇ ਚਾਹੀਦੇ। ਮੈਂ ਪਹਿਲਾਂ ਹੀ ਬੋਲਿਆ, ਜਿੱਥੇ ਓਪਨ ਕੰਪੀਟੀਸ਼ਨ ਹੋਏਗਾ ਨਾ, ਉੱਥੇ ਤਾਂ ਹਰ ਤਰੀਕੇ ਦਾ ਰੂਲ ਬਣੇਗਾ, ਠੀਕ ਹੈ। ਅਮੀਰ ਲੋਕ ਆਪਣਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪੈਸਾ ਹੈਗਾ ਉਹ ਲਗਾਉਣ ਦੀ ਕੋਸ਼ਿਸ਼ ਕਰਨਗੇ। ਤੁਸੀਂ ਇਹ ਸੋਚੋ, ਜਿੱਥੇ ਅਮੀਰ ਲੋਕ ਜ਼ਿਆਦਾ ਤੋਂ ਜ਼ਿਆਦਾ ਪੈਸਾ ਲਗਾ ਲੈਣਗੇ ਨਾ, ਤੇ ਉਹਦੇ ਵਿੱਚ ਕੀ ਹੋਏਗਾ ਕਿ ਅਮੀਰ ਆਪਣਾ ਬੈਨੀਫਿਟ ਜ਼ਿਆਦਾ ਤੋਂ ਜ਼ਿਆਦਾ ਸੋਚਣਗੇ, ਗਰੀਬ ਡਾਊਨ ਹੋ ਜਾਣਗੇ, ਤੇ ਅਮੀਰ ਜ਼ਿਆਦਾ ਤੋਂ ਜ਼ਿਆਦਾ ਰਿਚ ਹੋਣ ਦੀ ਕੋਸ਼ਿਸ਼ ਕਰਨਗੇ, ਬਿਕੋਜ਼ ਉਹ ਦਿਨ ਦੇ ਵਿੱਚ 18 ਘੰਟੇ ਵੀ ਤੁਹਾਡੇ ਕੋਲ ਕੰਮ ਲੈ ਸਕਦੇ ਆ, ਜੇ ਰੂਲ ਰੈਗੂਲੇਸ਼ਨ ਨਹੀਂ ਹੋਏਗਾ, ਜੇ ਓਪਨ ਕੰਪੀਟੀਸ਼ਨ ਕਰ ਦਿੱਤਾ ਜਾਏਗਾ, ਠੀਕ ਹੈ। ਸੋ ਕਹਿੰਦੇ ਕਿ ਇਸ ਤਰ੍ਹਾਂ ਅਮੀਰ ਤੇ ਗਰੀਬ ਜਿਹੜਾ ਹੈਗਾ ਉਹਨਾਂ ਦਾ ਵੱਧ ਤੋਂ ਵੱਧ ਸ਼ੋਸ਼ਣ ਕਰ ਦਿੱਤਾ ਜਾਏਗਾ। ਸੋ ਉਸ ਤੋਂ ਬਾਅਦ ਹੈਗਾ ਵਾ ਤੁਹਾਡਾ, ਕਹਿੰਦੇ ਸਟੇਟ ਇਜ਼ ਐਂਡ ਦ ਇੰਸਟੀਟਿਊਸ਼ਨਸ ਆਫ ਏ ਸੋਸ਼ਲ ਵੈਲਫੇਅਰ। ਕਹਿੰਦੇ ਜਿਹੜੀ ਸਾਡੀ ਰਾਜ ਹੈ ਨਾ, ਇੱਕ ਸਮਾਜਿਕ ਕਲਿਆਣ ਦੀ ਸੰਸਥਾ ਹੈ। ਮਤਲਬ ਹਮੇਸ਼ਾ ਬੋਲਿਆ ਜਾਂਦਾ, ਇਵਨ ਕਿ ਗਾਂਧੀ ਜੀ ਵੀ ਬਹੁਤਾ ਜ਼ਿਆਦਾ ਸਪੋਰਟ ਨਹੀਂ ਕਰਦੇ ਹੈਗੇ ਸਟੇਟ ਨੂੰ, ਉਹਨਾਂ ਨੂੰ ਵੀ ਲੱਗਦਾ ਹੈ ਕਿ ਸਟੇਟ ਇੱਕ ਕਿਸਮ ਦਾ ਫਾਲਤੂ ਥਿੰਕ ਹੈਗਾ, ਜਿਹੜਾ ਜ਼ਿਆਦਾ ਤੋਂ ਜ਼ਿਆਦਾ ਸਾਡੇ ਉੱਤੇ ਇਨਸਟਰਕਸ਼ਨਸ ਲਗਾ ਰਿਹਾ, ਜਿੱਦਾਂ ਮੈਂ ਤੁਹਾਨੂੰ ਆਪਣੇ ਪਹਿਲੇ ਟੌਪਿਕਸ ਦੇ ਵਿੱਚ ਕਰਵਾਇਆ ਸੀਗਾ। ਸੋ ਇਸੇ ਤਰ੍ਹਾਂ ਹੀ ਜਿਹੜੇ ਕਲਾਸੀਕਲ ਟਾਈਮ ਪੀਰੀਅਡ, ਹੁਣ ਕਲਾਸੀਕਲ ਵੀ ਤੋਂ ਪੁਰਾਣਾ ਟਾਈਮ ਪੀਰੀਅਡ ਹੈ ਨਾ, ਤਾਂ ਉਹ ਵੀ ਇਹੀ ਬੋਲੇਗਾ ਕਿ ਸਟੇਟ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਡੇ ਜਿਹੜਾ ਹੈਗਾ ਵਾ ਵੈਲਫੇਅਰ ਦੇ ਲਈ ਕੰਮ ਕਰਨਾ ਚਾਹੀਦਾ, ਇਨਸਟਰਕਸ਼ਨਸ ਨਹੀਂ ਲਗਾਉਣੀਆਂ ਚਾਹੀਦੀਆਂ। ਇਵਨ ਕਿ ਉਹ ਸਟੇਟ ਨੂੰ ਅੱਛਾ ਹੀ ਨਹੀਂ ਮੰਨਦੇ ਪੁਰਾਣੇ ਟਾਈਮ ਪੀਰੀਅਡ ਤੇ। ਤਾਂ ਨਿਊ ਟਾਈਮ ਪੀਰੀਅਡ ਯਾਨੀ ਕਿ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਕਹਿੰਦੇ ਨੇ ਕਿ ਜਿਹੜੀ ਸਟੇਟ ਹੈਗੀ ਆ, ਉਹ ਇੱਕ ਕਿਸਮ ਦੇ ਸੋਸ਼ਲ ਵੈਲਫੇਅਰ ਯਾਨੀ ਕਿ ਸਾਡੇ ਕਲਿਆਣ ਦੇ ਲਈ ਬਣਾਈ ਗਈ ਹੈ, ਠੀਕ ਹੈ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਫੈਸਿਲਿਟੀ ਦੇਵੇ, ਇਸ ਲਈ ਬਣਾਈ ਗਈ ਹੈ। ਕਹਿੰਦੇ ਇਹਦਾ ਕੋਈ ਆਪਣਾ ਐਂਡ ਨਹੀਂ ਹੋਣਾ ਚਾਹੀਦਾ, ਇਹਦਾ ਕੋਈ ਆਪਣਾ ਉਦੇਸ਼ ਨਹੀਂ, ਇਹਦਾ ਕੋਈ ਮਤਲਬ ਆਪਣਾ ਉਦੇਸ਼ ਅਗਰ ਹੈਗਾ ਤਾਂ ਇਹਦਾ ਉਦੇਸ਼ ਇਹੀ ਹੋਣਾ ਚਾਹੀਦਾ, ਇਹਦਾ ਏਮ ਇਹੀ ਹੋਣਾ ਚਾਹੀਦਾ ਹੈ ਕਿ ਉਹ ਸਾਨੂੰ ਲੋਕਾਂ ਨੂੰ ਫੈਸਿਲਿਟੀ ਦੇਵੇ। ਇਹਦੇ ਉਦੇਸ਼ ਇਹ ਨਹੀਂ ਹੋਣੇ ਚਾਹੀਦੇ, ਠੀਕ ਹੈ। ਇਹਦੇ ਉਦੇਸ਼ ਇਹ ਨਹੀਂ ਹੋਣੇ ਚਾਹੀਦੇ ਕਿ ਇਹ ਸਾਡੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਰੂਲ ਬਣਾਏ, ਜ਼ਿਆਦਾ ਤੋਂ ਜ਼ਿਆਦਾ ਸਾਡੇ ਉੱਤੇ ਕੰਟਰੋਲ ਕਰੇ। ਕਹਿੰਦੇ ਇਸ ਤਰ੍ਹਾਂ ਦਾ ਸਿਸਟਮ ਨਹੀਂ ਇਸ ਨੂੰ ਚਲਾਉਣਾ ਚਾਹੀਦਾ, ਠੀਕ ਹੈ। ਉਸ ਤੋਂ ਬਾਅਦ ਸਾਡਾ ਨੈਕਸਟ ਪੁਆਇੰਟ ਹੈ ਜੀ, ਕਹਿੰਦੇ ਰੈਗੂਲਰ ਇਕਨੋਮਿਕ। ਕਹਿੰਦੇ ਕਿ ਸਾਡੀ ਜਿਹੜੀ ਨਿਯਮਤ ਅਰਥ ਵਿਵਸਥਾ ਹੈਗੀ ਆ, ਉਹ ਕਰ ਦੇਣਾ ਚਾਹੀਦਾ ਵਾ, ਠੀਕ ਹੈ। ਰੈਗੂਲੇਟਡ ਇਕਨੋਮਿਕ ਤੋਂ ਨਿਯਮਤ ਲਿਖਣ ਦੀ ਬਜਾਏ ਨਾ ਰੈਗੂਲੇਟਡ ਲਿਖ ਲਓ, ਜ਼ਿਆਦਾ ਮਤਲਬ ਸੌਖਾ ਵਰਡ ਹੈਗਾ ਰੈਗੂਲੇਟਡ ਇਕਨੋਮਿਕ। ਕਹਿੰਦੇ ਕਿ ਇਕਨੋਮਿਕ ਜਿਹੜੀ ਹੈਗੀ ਆ, ਇਕਨੋਮਿਕ ਕੰਡੀਸ਼ਨ ਜਿਹੜੀ ਹੈਗੀ ਆ, ਕਹਿੰਦੇ ਉਹਨੂੰ ਨਿਯਮਤ ਕਰ ਦੇਣਾ ਚਾਹੀਦਾ ਵਾ। ਕਿਸ ਤਰ੍ਹਾਂ ਨਿਯਮਤ ਕਰ ਦੇਣਾ ਚਾਹੀਦਾ? ਦੇਖੋ, ਇਕਨੋਮਿਕ ਕੰਡੀਸ਼ਨ ਨਿਯਮਤ ਯਾਨੀ ਕਿ ਇਕਨੋਮਿਕ ਕੰਡੀਸ਼ਨ ਰੈਗੂਲਰਡ ਇਸ ਤਰੀਕੇ ਦੇ ਨਾਲ ਹੋਏਗੀ ਕਿ ਮਜ਼ਦੂਰਾਂ ਦੀ ਜਿਹੜੀ ਪੇਮੈਂਟ ਹੈ, ਲੇਬਰ ਕਲਾਸ ਦੀ ਜੋ ਪੇ ਹੈਗੀ ਆ, ਉਸਨੂੰ ਫਿਕਸਡ ਕਰ ਦਿੱਤਾ ਜਾਵੇ, ਠੀਕ ਹੈ। ਜਿਹੜੇ ਕੰਮ ਕਰਨ ਦੇ ਘੰਟੇ ਨੇ, ਮਤਲਬ ਜਿਹੜੇ ਵਰਕਿੰਗ ਆਵਰਸ ਨੇ, ਉਸਨੂੰ ਫਿਕਸਡ ਕਰ ਦਿੱਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਸਿਲਿਟੀ ਦਿੱਤੀਆਂ ਜਾਣ, ਠੀਕ ਹੈ। ਸੋ ਕਹਿੰਦੇ ਇਸ ਤਰ੍ਹਾਂ ਦੇ ਕੁਝ ਰੂਲ ਐਂਡ ਰੈਗੂਲੇਸ਼ਨ ਬਣਾ ਦਿੱਤੇ ਜਾਣੇ ਚਾਹੀਦੇ। ਮਾਡਰਨ ਟਾਈਮ ਪੀਰੀਅਡ ਇਹ ਕਹਿ ਰਿਹਾ, ਜੋ ਕਿ ਠੀਕ ਹੈਗਾ ਵਾ, ਠੀਕ ਹੈ। ਹੁਣ ਦੇਖੋ ਤੁਸੀਂ, ਆਪਾਂ ਸਾਰੀ ਫੈਮਿਲੀ ਇੱਕ ਵਰਕਿੰਗ ਜਦੋਂ ਕਰ ਰਹੇ ਹੈਗੇ ਹਾਂ, ਅਗਰ ਸਾਨੂੰ ਫਿਕਸਡ ਆਵਰ ਨਾ ਦਿੱਤੇ ਜਾਣ, ਫਿਕਸਡ ਆਵਰਸ ਨਾ ਦਿੱਤੇ ਜਾਣ, ਇਹਦਾ ਮਤਲਬ ਸਾਡੇ ਲਈ ਪ੍ਰੋਬਲਮ ਹੋ ਸਕਦੀ ਹੈ। ਹੁਣ ਸਾਰਾ ਦਿਨ ਅਗਰ ਮੈਨੂੰ ਕਹੋ ਕਿ ਮਸ਼ੀਨ ਦੀ ਤਰ੍ਹਾਂ ਬੋਲਦੀ ਰਵਾਂ, ਤੇ ਮੈਂ ਨਹੀਂ ਬੋਲ ਸਕਦੀ, ਠੀਕ ਹੈ। ਇੰਨਾ ਬੋਲ ਦਿੰਨੇ ਹੈਗੇ ਆ ਕਿ ਆਪਾਂ 40-45 ਮਿੰਟਾਂ ਦੇ ਲੈਕਚਰ 'ਚ ਬੋਲ ਦਿੰਨੇ ਆ ਤਾਂ ਇਨਫ ਹੈ। ਇਹਦਾ ਮਤਲਬ ਕੀ ਹੈ, ਸਾਨੂੰ ਕੰਮ ਕਰਨ ਦੇ ਫਿਕਸਡ ਆਵਰਸ ਜਿਹੜੇ ਹੈਗੇ ਨੇ, ਉਹ ਪਹਿਲਾਂ ਹੀ ਫਿਕਸਡ ਕਰ ਦੇਣੇ ਚਾਹੀਦੇ ਆ, ਬਿਕੋਜ਼ ਹਿਊਮਨ ਬੀਇੰਗ ਇੱਕ ਲੋੜ ਤੋਂ ਜ਼ਿਆਦਾ, ਇੱਕ ਐਕਸੈਸ ਤੋਂ ਜ਼ਿਆਦਾ ਕੰਮ ਨਹੀਂ ਕਰ ਸਕਦਾ। ਬਿਕੋਜ਼ ਹਿਊਮਨ ਬੀਇੰਗ ਨੂੰ ਕਦੇ ਮਸ਼ੀਨ ਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਵਾ कंपटीशन ना करवाओ कि मशीन अगर पूरे टाइम काम करती है तो उसने भी करना है, नहीं कर सकते, ठीक है। सो उस तो बाद कहते स्टेट इज ए सोशल एंड द मॉरल इंस्टीट्यूट। कहते स्टेट जिहड़ी हैगी आ समाजिक ते नैतिक दोवें तरह की संस्था हैगी आ। किस तरह कहते मॉडर्न टाइम पीरियड कहता है कि स्टेट कोई इवल नहीं है, स्टेट कोई बुराई नहीं है, स्टेट विच अज असीं हैगे आ तां मॉरल चीज़ां भी सानू समझ आ रही ने, जिद्दां छोटियां नूं प्यार करना, वड्डियां दा आदर करना, ठीक है। अगर स्टेट है ना तो सानू चीज़ां समझ आ रही ने। जंगलां विच चले जाओ, ठीक है, शेर ने ये नहीं देखना भी तू मेरे तो छोटा लग रहा वा, या हाथी ने ये नहीं देखना कि तू मेरे तो छोटा लग रहा वा, मैं तेरे नाल किदां दा ट्रीट करना, उन्हें तो मार ही देना है वा, ठीक है।
तो चलो ਅਸੀਂ ਅਗਰ ਇਨਸਾਨ ਦੀ ਉੱਥੇ ਗੱਲ ਕਰ ਰਹੇ ਹਾਂ, ਠੀਕ ਹੈ, ਅਗਰ ਉੱਥੇ ਕੋਈ ਜੰਗਲੀ ਜਾਨਵਰ ਕੋਈ ਆਦੀਵਾਸੀ ਟਾਈਪ ਦਾ ਪਰਸਨ ਹੈਗਾ ਨਾ, ਉਹ ਤੁਹਾਨੂੰ ਦੇਖ ਕੇ ਤੁਹਾਡੇ ਡਰੈਸਿੰਗ ਸੈਂਸ ਨੂੰ ਦੇਖ ਕੇ ਉਹ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰੇਗਾ, ਉਹ ਇਹ ਨਹੀਂ ਦੇਖੇਗਾ ਤੂੰ ਛੋਟਾ ਹੈ ਤੂੰ ਵੱਡਾ ਹੈ। ਇਸ ਲਈ ਕਿਹਾ ਜਾਂਦਾ ਹੈ ਰੂਲ ਐਂਡ ਰੈਗੂਲੇਸ਼ਨ ਹਮੇਸ਼ਾ ਸਟੇਟ 'ਚ ਬਣਦੀਆਂ ਨੇ, ਕੋਈ ਜੰਗਲਾਂ ਵਗੈਰਾ 'ਚ ਨਹੀਂ ਬਣਦੀਆਂ ਹੈਗੀਆਂ, ਠੀਕ ਹੈ। ਕੁਝ ਪੁਰਾਣੇ ਟਾਈਮ ਪੀਰੀਅਡ ਦੇ ਰਾਈਟਰ ਹੈਗੇ ਨੇ ਹੌਬਸ, ਲੌਕ, ਰੂਸੋ, ਠੀਕ ਹੈ, ਇਹਨਾਂ ਦੀ ਕਦੇ ਥਿਊਰੀ ਪੜ੍ਹ ਕੇ ਦੇਖਣਾ। ਇਹ ਕਹਿੰਦੇ ਨੇ ਕਿ ਪੁਰਾਣੇ ਟਾਈਮ ਪੀਰੀਅਡ ਵਿੱਚ ਵੀ ਜੀ ਰੂਲ ਹੁੰਦੇ ਸੀ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀਗਾ, ਤੇ ਉਹਨਾਂ ਰਾਈਟਰਸ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਵਾ ਕਿ ਜੰਗਲਾਂ ਦੇ ਵਿੱਚ ਕਿਹੜੇ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਨੇ। ਚਲੋ ਖੈਰ, ਕਹਿੰਦੇ ਕਿ ਸਟੇਟ ਜਿਹੜੀ ਹੈਗੀ ਕੋਈ ਬੁਰਾਈ ਨਹੀਂ ਹੈਗੀ, ਸਟੇਟ ਇਸ ਲਈ ਬਣਾਈ ਜਾਂਦੀ ਹੈ ਤਾਂ ਜੋ ਸਾਡੇ ਜਿਹੜੀਆਂ ਡੇ ਬਾਈ ਦੀਆਂ ਨੀਡਸ ਨੇ ਉਹ ਪੂਰੀਆਂ ਹੋ ਸਕਣ, ਸਾਨੂੰ ਹਰੇਕ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾਏ। ਸੋ ਇਸ ਤਰ੍ਹਾਂ ਦੇ ਲਈ ਕਹਿੰਦੇ ਆਪੋਜੀਸ਼ਨ ਟੂ ਦਾ ਥਿਊਰੀ ਆਫ ਏ ਨੈਚੁਰਲ ਰਾਈਟ, ਕਹਿੰਦੇ ਕੁਦਰਤੀ ਅਧਿਕਾਰਾਂ ਦੇ ਸਿਧਾਂਤ ਦਾ ਖੰਡਨ। ਜੋ ਮੈਂ ਤੁਹਾਨੂੰ ਹੁਣੀ ਚੀਜ਼ ਬੋਲ ਕੇ ਹਟੀ ਹਾਂ ਕਿ ਕੁਝ ਰਾਈਟਰ ਏਦਾਂ ਦੇ ਨੇ ਕਹਿੰਦੇ ਕਿ ਨੈਚੁਰਲ ਰਾਈਟ ਨਾਮ ਦੀ ਵੀ ਚੀਜ਼ ਹੁੰਦੀ ਹੈ, ਲਾਈਕ ਫॉर ਐਗਜ਼ਾਮਪਲ ਰਾਈਟ ਟੂ ਬਰਥ, ਠੀਕ ਹੈ, ਜਨਮ ਲੈਣ ਦਾ ਅਧਿਕਾਰ, ਰਾਈਟ ਟੂ ਫਰੀडम, ਰਾਈਟ ਟੂ ਪ੍ਰੋਪਰਟੀ, ਕੁਝ ਇਹ ਨੈਚੁਰਲ ਰਾਈਟ ਹੈਗੇ ਨੇ ਜਿਹੜੇ ਹਿਊਮਨ ਬੀਇੰਗ ਨੂੰ ਬਰਥ ਤੋਂ ਹੀ ਮਿਲੇ ਨੇ। ਇੱਕ ਚੀਜ਼ ਮੈਂ ਹੋਰ ਵੀ ਰਿਐਲਿਟੀ ਦੱਸ ਦਿੰਦੀ ਆ, ਪਤਾ ਨਹੀਂ ਬੁੱਕਸ ਵਾਲੇ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖ ਦਿੰਦੇ ਹੈਗੇ ਨੇ ਕਿ ਰਾਈਟ ਟੂ ਬਰਥ ਦਾ ਰਾਈਟ ਹੈ, ਠੀਕ ਹੈ, ਜਨਮ ਲੈਣ ਦਾ ਅਧਿਕਾਰ ਹੈ, ਬਟ ਇਹ ਅਧਿਕਾਰ ਤੁਹਾਡੇ ਕੋਲ ਹਮੇਸ਼ਾ ਨਹੀਂ ਰਹਿ ਸਕਦਾ। ਤੁਸੀਂ ਕੋਈ ਕ੍ਰਾਈਮ ਕਰ ਲਓ, ਅੱਛਾ ਜਿਹਾ ਤਾਂ ਨਹੀਂ ਬੋਲ ਸਕਦੀ, ਕੋਈ ਘਟੀਆ ਕਿਸਮ ਦਾ ਕ੍ਰਾਈਮ ਕਰ ਲਓ तो ਉਹਦੇ ਨਾਲ ਕੀ ਹੋਏਗਾ, ਤੁਹਾਨੂੰ ਸਜ਼ਾ ਮਿਲ ਜਾਏਗੀ ਤੇ ਸਜ਼ਾ ਮੌਤ ਦੀ ਵੀ ਹੋ ਸਕਦੀ ਹੈ। तो ਇਹ ਕਹਿਣਾ ਕਿ ਮੈਨੂੰ ਰਾਈਟ ਟੂ ਬਰਥ ਜਨਮ ਲੈਣ ਦਾ ਅਧਿਕਾਰ ਹੈ, ਠੀਕ ਹੈ, ਤੇ ਉਹ ਮੈਨੂੰ ਇਹ ਰਾਈਟ ਟੂ ਲਾਈਫ ਦਾ ਅਧਿਕਾਰ ਹੈ, ਮੈਨੂੰ ਜਿਉਣ ਦਾ ਅਧਿਕਾਰ ਹੈ, ਠੀਕ ਹੈ। तो ਜਿਉਣ ਦੇ ਅਧਿਕਾਰ ਨੂੰ ਇੱਕ ਕਿਸਮ ਦਾ ਰਾਈਟ ਟੂ ਲਾਈਫ ਦੇ ਜਿਹੜਾ ਰਾਈਟ ਹੈਗਾ ਨਾ, ਇਸ ਨੂੰ ਨੈਚੁਰਲ ਰਾਈਟ ਬੋਲਿਆ ਜਾਂਦਾ ਹੈ। ਲੇਕਿਨ ਨੈਚੁਰਲ ਰਾਈਟ ਦੇ ਉੱਤੇ ਵੀ ਇਨਸਟਰਕਸ਼ਨਸ ਲੱਗੀਆਂ ਨੇ ਬੇਟਾ, ਸਾਨੂੰ ਹੈਂਗ ਦੀ ਸਜ਼ਾ ਮਿਲ ਸਕਦੀ ਹੈ, ਫਾਂਸੀ ਦੀ ਸਜ਼ਾ ਮਿਲ ਸਕਦੀ ਹੈ। ਤਾਂ ਕੁਝ ਰਾਈਟਰ ਇਹ ਬੋਲਦੇ ਨੇ ਕਿ ਨੈਚੁਰਲ ਰਾਈਟ ਨੇ ਸਾਨੂੰ ਹਮੇਸ਼ਾ ਤੋਂ ਹੀ ਮਿਲਿਆ ਹੋਏਗਾ, ਠੀਕ ਹੈ। ਸੋ ਅਸੀਂ ਕਵਾਂਗੇ ਕਿ ਇਹ ਨੈਚੁਰਲ ਰਾਈਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਕਹਿੰਦੇ ਨੇ ਕਿ ਅਧਿਕਾਰ ਉਹੀ ਨੇ ਜੋ ਸਟੇਟ ਦੇ ਵਿੱਚ ਨੇ, ਜੋ ਸਟੇਟ ਨੇ ਦਿੱਤੇ ਨੇ, ਜਿਨ੍ਹਾਂ ਦੇ ਉੱਤੇ ਸਟੇਟ ਤੁਹਾਡੀ ਪ੍ਰੋਟੈਕਸ਼ਨ ਕਰਦਾ ਹੈਗਾ, ਠੀਕ ਹੈ ਨਾ ਬੇਟਾ। ਉਸ ਤੋਂ ਬਾਅਦ ਅਗੇਂਸਟ ਵਾਇਲੈਂਸ, ਕਹਿੰਦੇ ਅਹਿੰਸਾ ਦੇ ਵਿਰੁੱਧ। ਕਹਿੰਦੇ ਜਿਹੜੇ ਸਾਡੇ ਹੈਗੇ ਨੇ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ, ਉਹ ਕਹਿੰਦੇ ਹਿੰਸਾ ਦੇ ਵਿਰੁੱਧ ਨੇ, ਬਿਕੋਜ਼ ਕਹਿੰਦੇ ਕਿ ਇਹਦੇ ਨਾਲ ਕਾਫੀ ਸਾਡਾ ਨੁਕਸਾਨ ਹੋ ਜਾਂਦਾ ਵਾ ਜੇ ਅਸੀਂ ਹਿੰਸਕ ਤਰੀਕੇ ਦੇ ਨਾਲ ਗੱਲਾਂ ਕਰਦੇ ਹੈਗੇ ਆ। ਤੁਸੀਂ ਦੇਖੋ ਇੱਕਦਮ ਵਾਇਲੈਂਸ ਆ ਜਾਓ, ਠੀਕ ਹੈ, ਬੋਲਦੇ ਹੈਗੇ ਨਾ, ਕਈ ਵੇਲੇ ਸਾਨੂੰ ਗੁੱਸਾ ਆ ਜਾਂਦਾ ਹੈ ਤੇ ਅਸੀਂ ਅਨਾਪ ਸ਼ਨਾਪ ਬੋਲ ਦਿੰਨੇ ਆ, ਕਿਸੇ ਨੂੰ ਵੀ ਕੁਝ ਵੀ ਬੋਲ ਦਿੰਨੇ ਹੈਗੇ, ਨਹੀਂ ਬੋਲਣ ਵਾਲੀਆਂ ਚੀਜ਼ਾਂ ਵੀ ਬੋਲ ਦਿੰਨੇ ਆ ਪਰਸਨ ਨੂੰ। ਤੇ ਉਹਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਵਾਇਲੈਂਸ ਦੇ ਵਿੱਚ ਆਉਂਦੇ ਆ, ਦੈਨ ਅਸੀਂ ਆਪਣੇ ਆਪ ਖੁਦ ਦਾ ਹੀ ਕੰਮ ਖਰਾਬ ਕਰਕੇ ਬਹਿ ਜਾਂਦੇ ਆ। ਸੋ ਵਾਇਲੈਂਸ ਚ ਕਦੇ ਨਹੀਂ ਆਣਾ ਚਾਹੀਦਾ, ਬਿਕੋਜ਼ ਇਸ ਦੇ ਨਾਲ ਕੀ ਹੁੰਦਾ ਹੈ, ਅਸੀਂ ਆਪਣਾ ਜਿਹੜਾ ਲਾਈਫ ਸਟਾਈਲ ਜੋ ਇੰਨੇ ਟਾਈਮ ਦਾ ਬਣਾਇਆ ਹੁੰਦਾ ਹੈ, ਅਸੀਂ ਖਰਾਬ ਕਰ ਦਿੰਨੇ ਆ, ਠੀਕ ਹੈ। ਇਸ ਦੇ ਮੁਕਾਬਲੇ ਦੇ ਵਿੱਚ ਕਹਿੰਦੇ ਕਿ ਜਦੋਂ ਵੀ ਵਾਇਲੈਂਸ ਦੇ ਤਰੀਕੇ ਦੇ ਨਾਲ ਕਦੇ ਗਵਰਨਮੈਂਟ ਦੇ ਨਾਲ ਵੀ ਟ੍ਰੀਟ ਨਹੀਂ ਕਰਨਾ ਚਾਹੀਦਾ। ਕਹਿੰਦੇ ਪੀਸਫੁਲ ਕੋਆਰਡੀਨੇਸ਼ਨਸ ਨੂੰ ਮੇਨਟੇਨ ਰੱਖਦੇ ਹੋਏ, ਇਸ ਤੋਂ ਇਲਾਵਾ ਸੰਵਿਧਾਨਕ ਤਰੀਕੇ ਯਾਨੀ ਕਿ ਕਨਸਟੀਟਿਊਸ਼ਨ ਦੇ ਤਰੀਕੇ ਦੇ ਨਾਲ, ਉਹਦੇ ਟਾਈਪ ਦੇ ਨਾਲ ਜਿਹੜਾ ਹੈਗਾ ਸਿਸਟਮ ਨੂੰ ਚਲਾਉਣਾ ਚਾਹੀਦਾ ਵਾ, ਨਾ ਕਿ ਵਾਇਲੈਂਸ ਦੇ ਤਰੀਕੇ ਦੇ ਨਾਲ, ਠੀਕ ਹੈ। ਹੁਣ ਤੁਸੀਂ ਸੋਚੋ, ਗਵਰਨਮੈਂਟ ਆਂਦੀ ਆ, ਗਵਰਨਮੈਂਟ ਬੋਲਦੀ ਹੈ ਕਿ ਮੈਂ ਤੁਹਾਡੇ ਲਈ ਰੇਲ ਨਵੀਂ ਬਣਾਤੀ, ਠੀਕ ਹੈ, ਰੇਲ ਉਹਨੇ ਬਣਾਤੀ, ਰੇਲ ਮੰਨ ਲਓ ਉਹਨੇ ਕੱਲ ਬਣਾਈ ਹੈ, ਕੱਲ ਅਸੀਂ ਅੱਜ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈ ਗਈ, ਕਿਸੇ ਰੂਲ ਦੀ ਜ਼ਰੂਰਤ ਪੈ ਗਈ, ਗਵਰਨਮੈਂਟ ਨੂੰ ਅਸੀਂ ਪਟੀਸ਼ਨ ਦਿੰਨੇ ਆ, ਸਭ ਤੋਂ ਪਹਿਲਾਂ ਪਟੀਸ਼ਨ ਦਿੰਨੇ ਆ, ਪਹਿਲਾਂ ਹੀ ਧਰਨਾ ਲਾ ਕੇ ਗੱਲ ਕੀਤੀ, ਪਟੀਸ਼ਨ ਦਿੰਨੇ ਆ। ਪਟੀਸ਼ਨ ਦਾ ਮਤਲਬ ਬੇਨਤੀ ਕਰਦੇ ਆ ਗਵਰਨਮੈਂਟ ਨੂੰ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਸਾਨੂੰ ਫੈਸਿਲਿਟੀ ਦੀ ਜ਼ਰੂਰਤ ਹੈ, ਇਹ ਚੀਜ਼ਾਂ ਦੀ ਸਾਡੀ ਡਿਮਾਂਡ ਪੂਰੀ ਕਰੋ। ਗਵਰਨਮੈਂਟ ਨੇ ਡਿਮਾਂਡ ਪੂਰੀ ਕਰਨੀ ਕਿ ਮੈਂ रेल बना के आई मैं मंत्री हूं, मैं रेल बना के आई हूं कि उदारवाद दे तीन रूप बनवाई है, ठीक है। फर्स्ट वन इज ए क्लासिकल और नेगेटिव। क्लासिकल से नेगेटिव ਦੀ ਡਿਮਾਂਡ ਕਰ ਰਹੇ ਮੈਂ ਕਾਲੀ ਕਰਵਾਇਆ ਵਾ ਕਿ ਵਿਦਆਊਟ ਐਨੀ ਰਿਸਟ੍ਰਿਕਸ਼ਨ, ਮਤਲਬ ਕਿਸੇ ਜਾ ਕੇ ਕਰਨੀ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੋਣੀ ਚਾਹੀਦੀ, ਮੈਂ ਨਹੀਂ ਫੁੱਲਫਿਲ ਕਰਦੀ। ਦੈਨ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਫ੍ਰੀडम ਦੇਣੀ ਬਣਾਈ ਹੋਈ ਰੇਲ ਨੂੰ ਅੱਗ ਲਾ ਦੇਣੀ। ਸੋ ਇਸ ਨੂੰ ਅਸੀਂ ਕਵਾਂਗੇ ਕਲਾਸਿਕਲ ਔਰ ਨੈਗੇਟਿਵ ਲਿਬਰਲਿਜ਼ਮ। ਮੇਰਾ ਕੀ ਗਿਆ, ਮੇਰਾ ਤੁਹਾਨੂੰ ਕੱਲ ਕਰਵਾਇਆ ਸੀ ਕਿ ਜਿਹੜੇ ਸਪੋਰਟ ਕਰਦੇ ਆ ਕਿ ਹਾਂ ਕਿ ਜਿਹੜੀ ਨੈਗੇਟਿਵ ਲਿਬਰਲਿਜ਼ਮ ਹੈਗੀ ਹੋਣੀ ਚਾਹੀਦੀ ਹੈ। ਤੁਹਾਡੇ ਤੋਂ ਟੈਕਸ ਇਕੱਠੇ ਕਰਕੇ ਰੇਲ ਬਣਾਈ ਸੀ, ਹੁਣ ਵੀ ਤੁਹਾਡੇ ਤੋਂ ਟੈਕਸ ਇਕੱਠੇ ਕਰਕੇ ਰੇਲ ਬਣਾ ਲੈਣੀ, ਉਹਦਾ ਕੁਝ ਨਹੀਂ ਜਾਣਦਾ, ਠੀਕ ਹੈ। ਉਹਨੇ ਪਹਿਲਾਂ ਵੀ ਆਪਣੇ ਨਾਮ ਤੇ ਚਲਾਈ ਸੀ, ਤੁਸੀਂ ਆਪਣੇ ਨਾਮ ਤੇ ਚਲਾ ਲਿਆ। ਇੰਡੀਆ ਦੇ ਲੋਕ ਇਸ ਲਈ ਜ਼ਿਆਦਾ ਗਰੀਬ ਨੇ, ਰਾਈਟਰ ਹੈਗੇ ਲੀਡਰ ਇੰਪੋਰਟੈਂਟ ਨੇ, ਕੋਈ ਅੱਛਾ ਜਿਹਾ ਰਾਈਟਰ ਆਂਦਾ ਹੈਗਾ, ਮਸੀਹ ਕਿ ਦੋ ਰਾਈਟਰ ਹੀ ਬਣਾ ਦਿੰਦਾ ਹੈਗਾ, ਹਰੇਕ ਜਗ੍ਹਾ ਦੇ ਉੱਤੇ ਜਿਹੜੀ ਹੈਗੀ ਤੁਹਾਨੂੰ ਫ੍ਰੀडम ਲਾਣੀ ਚਾਹੀਦੀ ਹੈ, ਠੀਕ ਹੈ। ਫਿਰ ਉਹ ਦੁਬਾਰਾ ਉਹੀ ਲੀਡਰ ਇਹਦਾ
ਮਤਲਬ ਇਹ ਹੈਗਾ ਵਾ ਕਿ ਰਿਸਟ੍ਰਿਕਸ਼ਨਸ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਆਪਣਾ ਘਰ ਬਣਾਉਂਦੇ ਹਾਂ, ਇੱਥੋਂ ਤੱਕ ਆਪਣੇ ਆਪ ਉਧੇੜ ਦਿੰਦੇ ਹਾਂ, ਫਿਰ ਉਹ ਘਰ ਬਣਾਉਂਦੇ ਹਾਂ, ਫਿਰ ਉਧੇੜ ਦਿੰਦੇ ਹਾਂ, ਫਿਰ ਘਰ ਬਣਾਉਂਦੇ ਹਾਂ, ਫਿਰ ਉਧੇੜ ਦਿੰਦੇ ਹਾਂ। ਪ੍ਰੋਗਰੈਸ ਮਤਲਬ ਇਦਾਂ ਨਹੀਂ ਹੋਈ, ਅਸੀਂ ਤਾਂ ਉਹੀ ਕੰਮ ਕਰੀ ਜਾ ਰਹੇ ਹਾਂ ਜਿਹੜੀ ਤੁਹਾਡੇ ਉੱਤੇ ਕਿਸੇ ਵੀ ਤਰ੍ਹਾਂ ਦੇ ਵਿੱਚ ਕੁਝ ਜ਼ਿਆਦਾ ਪ੍ਰੋਗਰੈਸ ਨਹੀਂ ਹੋ ਪਾਉਂਦੀ। ਸੋ ਇਹ ਸੀਗਾ ਕਿਸਮ ਦੀ ਕਲਾਸਿਕਲ ਔਰ ਨੈਗੇਟਿਵ ਸਾਡਾ ਮਟੀਰੀਅਲ ਹੈ ਨਾ, ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਕੰਟੈਂਪਰੇਰੀ। ਤੁਸੀਂ ਦੇਖਿਆ ਹੋਏਗਾ ਰਾਮਲਿੰਗ ਦਾ ਜਦੋਂ ਪੋਜ਼ਿਟਿਵ ਲਿਬਰਲਿਜ਼ਮ ਕਿੰਨਾ ਕੁਝ ਜਾਲ ਦਿੱਤਾ ਗਿਆ। ਕੰਟੈਂਪਰੇਰੀ ਐਂਡ ਪੋਜ਼ਿਟਿਵ ਲਿਬਰਲਿਜ਼ਮ ਯਾਨੀ ਕਿ ਸਮਕਾਲੀ ਅਤੇ ਸਕਾਰਾਤਮਕ ਲਿਬਰਲਿਜ਼ਮ। ਠੀਕ ਹੈ, ਸਮਕਾਲੀ ਨੂੰ ਅਸੀਂ ਮਾਡਰਨ ਵੀ ਬੋਲ ਸਕਦੇ ਹਾਂ, ਕੰਟੈਂਪਰੇਰੀ ਵੀ ਬੋਲ ਸਕਦੇ ਹਾਂ, ਪੋਜ਼ਿਟਿਵ ਵੀ ਬੋਲ ਸਕਦੇ ਹਾਂ। ਸੋ ਵਰਡਸ ਦੇ ਵਿੱਚ ਉਹ ਨਹੀਂ ਹੋਣਾ, ਕੰਫਿਊਜ਼ ਨਹੀਂ ਹੋਣਾ ਕਿ ਮੈਡਮ ਨੇ ਤਾਂ ਜੀ ਪੋਜ਼ਿਟਿਵ ਪੜਾਇਆ ਸੀ ਇਹਦੇ ਵਿੱਚ ਮਾਡਰਨ ਆ ਗਿਆ, ਜਾਂ ਮੈਡਮ ਨੇ ਕੰਟੈਂਪਰੇਰੀ ਪੜਾਇਆ ਸੀ ਇਹਦੇ ਵਿੱਚ ਪੋਜ਼ਿਟਿਵ ਆ ਗਿਆ। ਮੈਂ ਤਿੰਨੇ ਵਰਡ ਬੋਲ ਰਹੀ ਹਾਂ ਕਿ ਤਿੰਨੇ ਤਰੀਕੇ ਦੇ ਨਾਲ ਕੁਐਸਚਨ ਆ ਸਕਦਾ ਹੈ। ਗਵਰਨਮੈਂਟਸ ਦੇ ਕੋਲ ਮਾਡਰਨ, ਕੰਟੈਂਪਰੇਰੀ ਔਰ ਪੋਜ਼ਿਟਿਵ ਲਿਬਰਲਿਜ਼ਮ। ਠੀਕ ਹੈ, ਇਹਦੇ ਬਾਰੇ ਵਿੱਚ ਅਸੀਂ ਲਿਖਣਾ ਹੈਗਾ ਵਾ। ਉਸ ਤੋਂ ਬਾਅਦ ਮਾਡਰਨ ਟਾਈਮ ਦੀ ਜਿਹੜੀ ਲਿਬਰਲਿਜ਼ਮ ਹੈਗਾ ਵਾ ਉਹ ਤਾਂ ਆਇਆ ਸੀ ਬਿਕੋਜ਼ 19th ਸੈਂਚੁਰੀ ਤੋਂ ਜਾਂਦੇ 20th ਸੈਂਚੁਰੀ ਦੇ ਵਿੱਚ ਕੁਝ ਚੇਂਜਸ ਹੋ ਗਈਆਂ ਸੀ। ਚੇਂਜਸ ਇਸ ਤਰੀਕੇ ਦੀਆਂ ਹੋਈਆਂ ਸੀ ਕਿਉਂਕਿ ਜਦੋਂ ਅਸੀਂ 19th ਸੈਂਚੁਰੀ ਵਿੱਚ ਜਾਂਦੇ ਆ ਤਾਂ ਤੁਸੀਂ ਦੇਖੋ ਉਹਨੇ ਗੱਲ ਕਰ ਰਹੀ ਹੈਗੀ ਆ ਕਲਾਸਿਕਲ ਯਾਨੀ ਕਿ ਪੁਰਾਣੇ ਟਾਈਮ ਪੀਰੀਅਡ ਦੀ, ਜਿਹਦੇ ਵਿੱਚ ਕਿਹਾ ਗਿਆ ਸੀ ਰਿਸਟ੍ਰਿਕਸ਼ਨਸ ਹੈਗੇ ਨੇ ਇਹ ਬਣਾਉਣੀ ਚਾਹੀਦੀਆਂ। ਠੀਕ ਹੈ, ਤੋਂ 20th ਸੈਂਚੁਰੀ ਆ ਗਿਆ ਯਾਨੀ ਕਿ ਮਾਡਰਨ ਟਾਈਮ ਪੀਰੀਅਡ ਆ ਗਿਆ। ਹੁਣ ਮਾਡਰਨ ਟਾਈਮ ਪੀਰੀਅਡ ਦੇ ਵਿੱਚ ਰਿਸਟ੍ਰਿਕਸ਼ਨਸ ਹੋਣੀਆਂ ਚਾਹੀਦੀਆਂ ਪਰਸਨ ਜਿਹੜੇ ਹੈਗੇ ਸਿਲੈਕਟ ਕਰਨ ਦਾ ਮੌਕਾ ਦੇਖਦੇ ਹੈਗੇ ਕਿ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਹੈਗੀ ਆ ਜਦੋਂ ਡਾਇਰੈਕਟ ਇਲੈਕਸ਼ਨ ਕਹਿੰਦੇ ਮਾਡਰਨ ਟਾਈਮ ਪੀਰੀਅਡ ਆਇਆ ਕਿਉਂ, ਕਿਹੜੀਆਂ ਚੀਜ਼ਾਂ ਇਹਦੇ ਲਈ ਰਿਸਪੌਂਸਿਬਲ ਸੀਗੀਆਂ, ਕਿਉਂ ਮਾਡਰਨ ਟਾਈਮ ਦੀ ਜ਼ਰੂਰਤ ਪਈ, ਕਿਉਂ ਅਸੀਂ ਪੁਰਾਣੇ ਤਰੀਕੇ ਦੇ ਨਾਲ ਸਿਸਟਮ ਨਹੀਂ ਚਲਾ ਸਕੇ ਪੋਲਿਟਿਕਸ ਦਾ। ਸਮੇਂ ਦੇ ਮੁਤਾਬਿਕ ਨੀਡਸ ਦੇ ਅਕੋਰਡਿੰਗ ਲੋਕਤੰਤਰ ਦਾ ਜਿਹੜਾ ਲੋਕਤੰਤਰ ਨੂੰ ਸਪਰੈਡ ਕਰਨਾ ਸੀ ਲੇਕਿਨ ਇੱਕ ਪੋਲਿਟਿਸ਼ੀਅਨ ਦੇ ਵੇ ਦੇ ਨਾਲ। ਠੀਕ ਹੈ, ਪੋਲਿਟਿਕਸ ਦੇ ਵੇ ਦੇ ਨਾਲ ਗਵਰਨਮੈਂਟ ਨੂੰ ਜਿਹੜਾ ਹੈਗਾ ਜਿਹੜਾ ਵੀ ਪਰਸਨ ਕਰਨਾ ਸੀ ਅਸੀਂ ਸਪਰੈਡ ਸਪਰੈਡ ਆਫ ਅ ਪੋਲਿਟਿਕਲ ਡੈਮੋਕ੍ਰੇਸੀ ਯਾਨੀ ਕਿ ਰਾਜਨੀਤਿਕ ਲੋਕਤੰਤਰ ਦਾ ਪ੍ਰਸਾਰ ਜਿਹੜਾ ਹੈਗਾ ਵਾ ਉਹ ਹੋਣਾ ਚਾਹੀਦਾ ਹੈਗਾ। ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ, ਹਰ ਇੱਕ ਇਲਾਵਾ ਹੈਗਾ ਵਾ ਕਹਿੰਦੇ ਦਾ ਐਕਸਪਲੋਇਟੇਸ਼ਨਸ ਆਫ ਅ ਵਰਕਰ ਡਿਊ ਟੂ ਅ ਨਾਨ ਇੰਟਰਫੇਰੈਂਸ ਆਫ ਦ ਸਟੇਟ ਇਨ ਦ ਇਕਨੋਮਿਕ ਸਫੀਅਰਸ। ਮਤਲਬ ਕਹਿੰਦੇ ਕਿ ਰਾਜ ਦੁਆਰਾ ਆਰਥਿਕ ਖੇਤਰ ਵਿੱਚ ਦਖਲ ਅੰਦਾਜ਼ੀ ਨਾ ਦੇਣ ਦੇ ਕਰਕੇ ਸ਼ੋਸ਼ਣ ਹੋ ਰਿਹਾ ਸੀ। ਜਦੋਂ ਮੈਂ ਤੁਹਾਨੂੰ ਕਲਾਸਿਕਲ ਕਰਵਾਇਆ ਪਿਛਲਾ ਕਰਵਾਇਆ ਤੇ ਮੈਂ ਬੋਲਿਆ ਕਿ ਗਵਰਨਮੈਂਟ ਨੂੰ ਆਪਣੀਆਂ ਜ਼ਿਆਦਾ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ ਹੈਗੀ ਨਾਰਮਲ ਲੋਕਾਂ ਦੇ ਕੰਮ ਦੇ ਵਿੱਚ। ਹੁਣ ਦੇਖੋ ਗਵਰਨਮੈਂਟ ਇੰਟਰਫੇਰੈਂਸ ਨਹੀਂ ਨਾ ਕਰਦੀ, ਗਵਰਨਮੈਂਟ ਰੂਲ ਨਹੀਂ ਨਾ ਬਣਾਉਂਦੀ, ਪ੍ਰੋਬਲਮ ਕ੍ਰੀਏਟ ਬਿਲੋਂਗ ਕਰਦੀ। ਪ੍ਰੋਬਲਮ ਕਿੱਦਾਂ ਕ੍ਰੀਏਟ ਹੈਗੀਆਂ ਨੇ, ਆ ਜਿਹੜੇ ਸਾਡੇ ਵਰਕਰ ਲੱਗੇ ਨੇ ਜਿਹੜੀ ਲੇਬਰ ਕਲਾਸ ਲੱਗੀ ਆ ਉਹਨਾਂ ਦੇ ਲਈ ਪ੍ਰੋਬਲਮ ਖੜੀਆਂ ਹੁੰਦੀਆਂ, ਉਹਨਾਂ ਦੇ ਲਈ ਪ੍ਰੋਬਲਮ ਖੜੀਆਂ ਕਿੱਦਾਂ ਤੁਸੀਂ ਦੇਖੋ ਉਹਨਾਂ ਦੇ ਕੋਲ ਜਿੰਨਾ ਮਰਜ਼ੀ ਕੰਮ ਲਿਆ ਜਾ ਸਕਦਾ ਵਾ ਕਿਉਂਕਿ ਕੋਈ ਰੂਲ ਹੀ ਨਹੀਂ ਹੈ। ਤੁਸੀਂ ਗਵਰਨਮੈਂਟ ਨੂੰ ਬੋਲ ਦਿੰਦੇ ਹੋ ਕਿ ਗਵਰਨਮੈਂਟ ਹੀ ਨਹੀਂ ਹੋਣੀ ਚਾਹੀਦੀ, ਗਵਰਨਮੈਂਟ ਨੂੰ ਚਾਹੀਦਾ ਹੈ ਘੱਟ ਤੋਂ ਘੱਟ ਇੰਟਰਫੇਰੈਂਸ ਕਰੇ। ਇਹਦਾ ਮਤਲਬ ਗਵਰਨਮੈਂਟ ਰੂਲ ਹੀ ਨਹੀਂ ਬਣਾਏਗੀ, ਗਵਰਨਮੈਂਟ ਰੂਲ ਨਹੀਂ ਬਣਾਏਗੀ, ਅਸੀਂ ਤਾਂ ਆਪਣੇ ਅਕੋਰਡਿੰਗ ਕੁਝ ਵੀ ਰੂਲ ਬਣਾ ਦਾਂਗੇ। ਮੈਂ ਕਹਿ ਦੂੰਗੀ ਜਿੱਦਾਂ ਹੁਣ ਤੁਸੀਂ ਇੱਕ ਕਿਸਮ ਦਾ ਮੈਨੂੰ ਇੱਕ ਹਾਇਰ ਪੋਜੀਸ਼ਨ ਦੇ ਦਿਓ ਥੋੜੇ ਚਿਰ ਦੇ ਲਈ, ਜਿੱਦਾਂ ਮੈਨੂੰ ਅੰਬਾਨੀ ਬਣਾ ਦਿਓ ਥੋੜੇ ਚਿਰ ਲਈ। ਠੀਕ ਹੈ, ਮੰਨ ਲਓ ਹਿੰਦੂਆਂ ਦਾ ਕੋਈ ਤਿਉਹਾਰ ਅੰਬਾਨੀ ਬਣਾ ਲਓ, ਮੁਸਲਮਾਨਾਂ ਦਾ ਕੋਈ ਤਿਉਹਾਰ, ਜਿੰਨੇ ਵਰਕਰ ਲੱਗੇ ਆ 20 ਘੰਟੇ ਕੰਮ ਕਰਨ, ਲੋਕਾਂ ਨੇ ਤਾਂ ਮੇਰੇ ਸਿਰ ਤੇ ਤਾਂਡਵ ਕਰਨਾ। ਮੈਂ ਆਪਣੇ ਅਕੋਰਡਿੰਗ ਰੂਲ ਸੈੱਟ ਕਰਾਂਗਾ। ਏਦਾਂ ਦੀ ਅਮੀਰ ਲੋਕ ਹੁੰਦੇ ਨੇ ਉਹ ਕੀ ਕਰਦੇ ਨੇ ਆਪਣੇ ਅਕੋਰਡਿੰਗ ਰੂਲ ਸੈੱਟ ਕਰਦੇ ਨੇ। ਲੋਕਾਂ ਨੇ ਤਾਂ ਅਗਰੈਸ਼ਨ ਦੇ ਅਕੋਰਡਿੰਗ ਜਦੋਂ ਪਰਸਨ ਰੂਲ ਸੈੱਟ ਕਰਦੇ ਨੇ ਤੇ ਜਿਹੜੇ ਸਾਡੇ ਗਰੀਬ ਲੋਕ ਹੈਗੇ ਨੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ, ਡਿਪਾਰਟਮੈਂਟ ਐਕਸਪਲੋਇਟ ਕੀਤਾ ਜਾਂਦਾ ਹੈਗਾ ਵਾ। ਠੀਕ ਹੈ, ਵੱਖਰੇ ਵੱਖਰੇ ਟਾਈਪ ਦੇ ਇੰਟਰਵਿਊ ਦੇ ਵਿੱਚ ਰੱਖਦੇ ਆ ਜਿਨ੍ਹਾਂ ਨੂੰ ਨੌਲੇਜ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਬਾਰੇ ਹੈਗਾ। ਕਹਿੰਦੇ ਜਦੋਂ ਜਿਹੜੀ ਸੋਸਾਇਟੀ ਮੁਕਾਬਲੇ ਜਿਹੜੀ ਓਪਨ ਕੰਪੀਟੀਸ਼ਨ ਕਰਵਾ ਦਿੱਤੇ ਜਾਂਦੇ ਇਹਦੀ ਲੋਕ ਹੁਣ ਮੈਂ ਬੋਲਿਆ ਨਾ ਪੋਲਿਟਿਕ ਸੋਸਾਇਟੀ ਤੇ ਜਦੋਂ ਇਸ ਤਰ੍ਹਾਂ ਦੀ ਸੋਸਾਇਟੀ ਹੁੰਦੀ ਦੇ ਵਿੱਚ ਆਉਂਦਾ ਹੈਗਾ ਵਾ। ਕਹਿੰਦੇ ਰਿਚ ਆਪਣੇ ਗਰੁੱਪ ਜਿਹੜੇ ਪੂਰ ਹੁੰਦੇ ਉਹਨਾਂ ਦੇ ਵਿੱਚ ਜਿਹੜਾ ਗੈਪ ਹੈਗਾ ਨਾ ਉਹ ਬਹੁਤ ਵੱਧ ਜਾਂਦਾ ਹੈ ਕਿ ਰਿਚ ਹੋਰ ਰਿਚ ਹੋ ਜਾਂਦੇ। ਸਾਨੂੰ ਪਤਾ ਲੱਗਦਾ ਹੈ ਕਿ ਜਿਹੜੇ ਪਰਸਨ ਨੇ ਉਹ ਮੁਸਲਮਾਨਾਂ ਦੀ ਆ ਡਿਮਾਂਡ ਹੈ, ਈਸਾਈਆਂ ਦੀ ਆ ਡਿਮਾਂਡ ਹੈ, ਤਾਂ ਸਾਨੂੰ ਨਾ ਕਿ ਓਪਨ ਕੰਪੀਟੀਸ਼ਨ ਰੱਖ ਦੋ। ਓਪਨ ਕੰਪੀਟੀਸ਼ਨ ਸਾਡੇ ਕੋਲ ਰਿਜ਼ਲਟ ਜ਼ਿਆਦਾ ਪੈਸਾ ਲਾਏਗਾ ਤੇ ਜਿਹੜਾ ਪਰਸਨ ਜ਼ਿਆਦਾ ਪੈਸਾ ਲਾਏਗਾ ਤੁਸੀਂ ਆਪ ਹੀ ਮੰਨ ਕੇ ਚੱਲੋ ਪਰਸਨ ਨੇ ਜ਼ਿਆਦਾ ਪੈਸਾ ਲਗਾਇਆ ਇਹਦਾ ਮਤਲਬ ਅਮੀਰ ਹੋਏਗਾ, ਗਰੀਬ ਕਿਉਂ ਪੈਸਾ ਲਗਾਏਗਾ? ਗਰੀਬ ਕੋਲ ਤਾਂ ਪਹਿਲਾਂ ਹੀ ਪੈਸਾ ਹੈ ਨਹੀਂ। ਇੱਕ ਪੁਆਇੰਟ ਕਰਵਾਇਆ ਜਿਹਦੇ ਕਰਕੇ ਮਾਡਰਨ ਟਾਈਮ ਪੀਰੀਅਡ ਯਾਨੀ ਕਿ ਆਧੁਨਿਕ ਟਾਈਮ ਪੀਰੀਅਡ ਦੇ ਵਿੱਚ ਕੁਝ ਚੇਂਜਸ ਦੀ ਜ਼ਰੂਰਤ ਸੀ ਕਿਉਂਕਿ 19th ਸੈਂਚੁਰੀ ਦੇ ਵਿੱਚ ਜਦੋਂ ਓਪਨ ਕੰਪੀਟੀਸ਼ਨ ਕਰ ਦਿੱਤਾ ਗਿਆ ਨਾ ਤੇ ਅਮੀਰ ਹੋਰ ਅਮੀਰ ਹੋਣ ਲੱਗ ਗਏ, ਗਰੀਬ ਹੋਰ ਗਰੀਬ ਹੋਣ ਲੱਗ ਗਏ, ਗਰੀਬਾਂ ਨੂੰ ਇੱਕ
ਐਕਸਪਲੋਇਟ ਕੀਤਾ ਜਾਣ ਲੱਗਾ ਅਮੀਰਾਂ ਦੇ ਦੁਆਰਾ, ਜਿਹਦੇ ਕਾਰਨ ਜ਼ਰੂਰਤ ਸੀ ਨਵੇਂ ਸਿਸਟਮ ਦੀ। ਜਿਹਦੇ ਵਿੱਚ ਤੁਹਾਨੂੰ ਤੇ ਜੋ ਪਹਿਲਾਂ ਹੀ ਸਾਡੇ ਮਾਡਰਨ ਟਾਈਮ ਪੀਰੀਅਡ ਦੇ ਕੁਝ ਰਾਈਟਰ ਨੇ, ਰਾਈਟਰ ਦਾ ਨਾਮ ਰਾਈਟ ਡਾਊਨ ਕਰ ਲਓ, ਬਿਕੋਜ਼ ਤੁਹਾਨੂੰ ਪੁੱਛਿਆ ਜਾਏਗਾ, ਮੈਨੂੰ ਇਸਦਾ ਜਵਾਬ ਦੇਣਾ ਕਿ ਤੁਹਾਨੂੰ ਆਂਦਾ ਨਹੀਂ ਹੈਗਾ, ਠੀਕ ਹੈ? ਤਾਂ ਰਾਈਟ ਡਾਊਨ ਕਰ ਲਓ। ਕਹਿੰਦੇ GDH ਕੋਲ ਆਪਣਾ ਕੋਈ ਧਰਮ ਨਹੀਂ, ਗਵਰਨਮੈਂਟ ਧਰਮ ਦੇ ਮਾਮਲੇ 'ਚ ਤੁਹਾਡੇ ਨਾਲ ਕੋਈ ਇੰਟਰਫੇਰੈਂਸ ਨਹੀਂ ਕਰਦਾ। ਤੁਹਾਡੇ ਧਰਮ ਦੇ ਮਾਮਲੇ 'ਚ ਤੁਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹੋ, ਕਿਸੇ ਵੀ ਧਰਮ ਦੇ ਉੱਤੇ ਜਾ ਸਕਦੇ ਹੋ। ਅਗਰ ਕੁਝ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਪ੍ਰੋਬਲਮ ਆਂਦੀ ਹੈ ਕਿ ਤੁਸੀਂ ਬਾਅਦ ਚ ਜੁਆਇਨ ਕਰਨਾ ਹੈ ਜਾਂ ਕੁਝ ਰਾਈਟ ਡਾਊਨ ਕਰ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਜਿਹੜਾ ਹੈਗਾ ਕੁਝ ਸਾਡੇ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਨੇ ਰਾਈਟ ਡਾਊਨ ਕਰ ਲਓ। ਦਾ ਨੇਮ ਇਜ਼ ਦਾ ਰਾਈਟਰ ਨੇਮ ਇਜ਼ GDH ਕੋਲ, ਠੀਕ ਹੈ? ਤੇ ਦੂਸਰਾ ਰਾਈਟਰ ਹੈਗਾ ਵਾ ਮੈਕਾਈਵਰ, ਪੁਰਾਣੇ ਪੁਆਇੰਟ ਖਤਮ ਹੋ ਮੈਕਾਈਵਰ। ਤੇ ਤੀਸਰਾ ਰਾਈਟਰ ਹੈਗਾ ਵਾ ਹੌਬਸ ਪੋਸਟ ਕੰਟੈਂਪਰੇਰੀ ਹਾਬ ਹਾਊਸ, ਠੀਕ ਹੈ? ਹਾਬ ਹਾਊਸ ਸਪੈਲਿੰਗ ਲਿਖ ਲਓ HOBHOUS, ਯਾਨੀ ਕਿ ਪਹਿਲਾਂ ਮੈਂ ਕਿਹਾ 19th ਸੈਂਚੁਰੀ ਵਿੱਚ ਕੁਝ ਪਰਿਵਰਤਨ ਹੈ, 20th ਸੈਂਚੁਰੀ ਦੇ ਰਾਈਟਰ ਨੇਮ ਹੈਗੇ ਨੇ, ਯਾਨੀ ਕਿ 19th ਸੈਂਚੁਰੀ ਹੈਗੇ ਨੇ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਨੇ। ਇੱਕ ਹੋਰ ਵੀ ਰਾਈਟਰ ਦਾ ਨਾਮ ਕੋਈ ਦੱਸਿਆ ਉਹਨਾਂ ਦਾ ਲਾਸਕੀ, ਕੋਈ ਰੂਲ ਨਹੀਂ, ਕੋਈ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਨੇ ਜਿਹੜੇ ਕਹਿੰਦੇ ਨੇ 20th ਸੈਂਚੁਰੀ ਵਿੱਚ ਆਏ ਤਾਂ ਥੋੜੀ ਜਿਹੀ ਅਕਲ ਆ ਗਈ ਸਾਨੂੰ ਕਿ ਜੇ ਰੂਲ ਐਂਡ ਰੈਗੂਲੇਸ਼ਨਸ ਹੋਣੇ ਚਾਹੀਦੇ ਨੇ, ਗਵਰਨਮੈਂਟ ਨੂੰ ਚਾਹੀਦਾ ਵਾ ਯਾਦ ਰੱਖਣਾ ਕਿ ਉਹ ਥੋੜੀ ਬਹੁਤੀ ਜਿਹੜੀ ਦਖਲ ਅੰਦਾਜ਼ੀ ਹੈਗੀ, ਇੰਟਰਫੇਰੈਂਸ ਹੈਗਾ ਵਾ, ਉਹ ਜ਼ਰੂਰ ਕਰੇ, ਠੀਕ ਹੈ? ਅਦਰਵਾਈਜ਼ ਇਹਨਾਂ ਚੀਜ਼ਾਂ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈਗੀ ਕਿ ਇੰਟਰਫੇਰੈਂਸ ਹੋਣਾ ਚਾਹੀਦਾ ਵਾ ਮਾਡਰਨ ਟਾਈਮ ਪੀਰੀਅਡ ਦੇ ਜਿਹੜੇ ਰਾਈਟਰ ਹੈਗੇ ਨੇ, ਉਹ ਕਹਿੰਦੇ ਨੇ। ਕਿਸੇ ਤੋਂ ਮੈਂ ਅੱਗੇ ਸੋ ਅਸੀਂ ਕਹਿਣਾ ਹੈ ਕਿ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਦੇ ਹੋਰ ਕਿਹੜੇ ਪ੍ਰਿੰਸੀਪਲ ਬੋਲਦਾ ਹੈ ਤੇ ਡਬਲ ਟ੍ਰਿਪਲ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਦੇ ਇਦਾਂ ਦਾ ਪ੍ਰਿੰਸੀਪਲ ਹੈਗੇ ਨੇ ਜਿਹੜੇ ਕਿ ਅਸੀਂ ਕਰਾਂਗੇ, ਠੀਕ ਹੈ? ਫਰਸਟ ਹੈਗਾ ਫੇਥ ਇਨ ਏ ਹਿਊਮਨਿਜ਼ਮ। 20th ਸੈਂਚੁਰੀ ਵਿੱਚ ਪੁਰਾਣੇ ਟਾਈਮ ਪੀਰੀਅਡ ਦੇ ਲੋਕ ਚਾਹੇ ਫੇਥ ਕਰਦੇ ਸੀ ਜੇ ਰੂਲ ਨਹੀਂ ਯਾਨੀ ਕਿ ਮਾਨਵਵਾਦ ਵਿੱਚ ਵਿਸ਼ਵਾਸ ਕਰਦੇ ਸੀ, ਰੂਲ ਬਣਾਣੇ ਸਟਾਰਟ। ਲੇਕਿਨ ਉਹ ਕਹਿੰਦੇ ਸੀ ਕਿ ਜਦੋਂ ਸਾਡਾ 20th ਸੈਂਚੁਰੀ ਆਇਆ, 20th ਸੈਂਚੁਰੀ ਦੇ ਵਿੱਚ ਜਿਹੜਾ ਹੈਗਾ ਵਾ ਮਾਡਰਨ ਟਾਈਮ ਪੀਰੀਅਡ ਤੋਂ ਅਸੀਂ ਇੱਕ ਹੋਰ ਟਾਈਮ ਪੀਰੀਅਡ ਅੱਗੇ ਚਲੇ ਗਏ ਜਿਹੜਾ ਹੈਗਾ ਉਸਨੂੰ ਸਭ ਸਾਈਡ ਦੇ ਉੱਤੇ ਇਕੁਐਲਿਟੀ ਦੇਣੀ ਚਾਹੀਦੀ ਹੈ, ਸੋਸ਼ਲ ਬੇਸ ਤੇ, ਇਕਨੋਮਿਕ ਬੇਸ ਦੇ ਉੱਤੇ, ਠੀਕ ਹੈ? ਹਰ ਸਾਈਡ ਤੇ ਅਸੀਂ ਕਹਿਣਾ ਕਿ ਉਸਨੂੰ ਇਕੁਐਲਿਟੀ ਦੇਣੀ ਚਾਹੀਦੀ ਹੈ। ਬਟ ਨਾਲ ਦੇ ਨਾਲ ਅਸੀਂ ਇਹ ਤੁਸੀਂ ਦੇਖੋ ਅੱਜ ਦੇ ਟਾਈਮ ਪੀਰੀਅਡ ਦੇ ਵਿੱਚ COVID-19 ਦੇ ਚੱਲਦੇ ਹੋਏ ਇਕਨੋਮਿਕ ਕੰਡੀਸ਼ਨ ਹਰ ਪਰਸਨ ਦੀ ਖਰਾਬ ਹੋ ਰਹੀ ਹੈ। 24 ਘੰਟੇ 24 ਆਵਰਸ ਬੋਲਿਆ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਨਹੀਂ ਇਕਨੋਮਿਕ ਕੰਡੀਸ਼ਨ ਦੇ ਉੱਤੇ ਤਾਂ ਜਿਹੜੇ ਨਿਯਮ ਹੈਗੇ ਆ, ਜਿਹੜੇ ਰੂਲ ਹੈਗੇ ਆ, ਟਾਈਮ ਪੀਰੀਅਡ ਦੇ ਅਕੋਰਡਿੰਗ ਅਸੀਂ ਸੈੱਟ ਕਰਨਾ ਲਿਆ ਇੱਕ ਹਿਊਮਨ ਬੀਇੰਗ ਜਿਹੜਾ ਹੈਗਾ ਵਾ ਕਿੰਨਾ ਕੰਮ ਕਰ ਸਕਦਾ, ਬਿਕੋਜ਼ ਪਹਿਲਾਂ ਇਹ ਚੀਜ਼ ਜਿਹੜੀ ਸੀ ਨਾ ਇੱਕ ਕਿਸਮ ਦੀ ਯੂਨੀਵਰਸਲ ਦੇ ਅਕੋਰਡਿੰਗ ਸੀ ਕਿ ਜਿੱਦਾਂ ਦਾ ਪਰਸਨ ਹੈਗਾ ਚੱਲ ਰਿਹਾ ਵਾ ਉਦਾਂ ਦੇ ਅਕੋਰਡਿੰਗ ਦੇ ਜਾਗਦੇ ਪ੍ਰਾਣੀ ਹੈਗੇ ਆ ਅਸੀਂ। ਜਦੋਂ ਅਸੀਂ ਕਲਾਸਿਕਲ ਟਾਈਮ ਪੀਰੀਅਡ ਜਿਹੜਾ ਹੈਗਾ ਉਹ ਕਹਿੰਦਾ ਕਿ ਇਕਨੋਮਿਕ ਕੰਡੀਸ਼ਨ ਜਿਹੜੀ ਹੈਗੀ ਆ ਉਸ ਦੇ ਸੰਬੰਧ ਵਿੱਚ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਦੇ ਵਿੱਚ ਨਾ ਇੰਟਰਫੇਰੈਂਸ ਕਰੇ, ਤਾਂ ਅਸੀਂ ਕਵਾਂਗੇ ਨਹੀਂ। ਹਿਊਮਨ ਬੀਇੰਗ ਜਿਹੜਾ ਹੈਗਾ ਵਾ ਕੰਡੀਸ਼ਨ ਦੇ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਵੇ। ਮੈਂ ਇਹ ਕਹਿੰਦੀ ਕਿ ਕਨਸਟੀਟਿਊਸ਼ਨ ਵੀ ਲੱਗ ਕਰ ਰੂਲ ਐਂਡ ਰੈਗੂਲੇਸ਼ਨ ਹੈਗੇ ਨੇ, ਆਪਾਂ ਇਸ ਟਾਈਮ ਬੈਠੇ ਹੋਏ ਆ, ਤੁਸੀਂ ਮੈਨੂੰ ਸੁਣ ਰਹੇ ਹੋ, ਮੈਂ ਤੁਹਾਨੂੰ ਪੜ੍ਹਾ ਰਹੀ ਹਾਂ। ਕੰਡੀਸ਼ਨ ਦੇ ਉੱਤੇ ਫੋਕਸ ਜ਼ਿਆਦਾ ਸਾਨੂੰ ਸੁਣ ਲਓ, ਤੁਸੀਂ ਆਪ ਤਾਂ ਚੁੱਪੀ ਕਰ ਜਾਓ। ਇਸ ਤਰ੍ਹਾਂ ਵੀ ਕਹਿੰਦੇ ਕਿ ਇਕਨੋਮਿਕ ਕੰਡੀਸ਼ਨ ਦੇ ਉੱਤੇ ਜਿਹੜੇ ਬੇਲੋੜੀਆਂ ਪਾਬੰਦੀਆਂ ਲੱਗੀਆਂ ਹੋਈਆਂ ਨੇ, ਬੇਮਤਲਬ ਕੰਪੀਟੀਸ਼ਨ ਲੱਗੀਆਂ ਨੇ, ਆ ਨਹੀਂ ਕਰਨਾ, ਉਹ ਨਹੀਂ ਕਰਨਾ, ਏਦਾਂ ਨਹੀਂ ਕਰਨਾ। ਟਾਈਮ ਪੀਰੀਅਡ ਦੇ ਰਾਈਟਰ ਦਾ ਦੇਣਾ ਚਾਹੀਦਾ ਹੈ ਕਿ ਲਿਬਰਲਾਈਜੇਸ਼ਨ ਵਪਾਰ ਦਾ ਵਿਰੋਧ ਕਰਨਾ ਚਾਹੀਦਾ ਵਾ, ਠੀਕ ਹੈ? ਉਹ ਕਹਿੰਦੇ ਕਿ ਖੁੱਲੇ ਮੁਕਾਬਲੇ ਨਹੀਂ ਹੋਣੇ ਚਾਹੀਦੇ। ਮੈਂ ਪਹਿਲੇ ਬੋਲਿਆ ਜਿੱਥੇ ਓਪਨ ਕੰਪੀਟੀਸ਼ਨ ਹੋਏਗਾ ਨਾ ਉੱਥੇ ਤਾਂ ਟੈਂਪਰੇਰੀ ਟਾਈਮ ਪੀਰੀਅਡ ਦੇ ਵੀ ਰਾਈਟਰ ਨੇ, ਐਂਡ ਦ ਰਾਈਟ ਅਮੀਰ ਲੋਕ ਆਪਣਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪੈਸਾ ਹੈਗਾ ਉਹ ਲਗਾਉਣ ਦੀ ਕੋਸ਼ਿਸ਼ ਕਰਨਗੇ। ਤੁਸੀਂ ਇਹ ਸੋਚੋ ਜਿੱਥੇ ਅਮੀਰ ਲੋਕ ਜ਼ਿਆਦਾ ਤੋਂ ਜ਼ਿਆਦਾ ਪੈਸਾ ਲਗਾ ਲੈਣਗੇ ਨਾ, ਕਿ ਅਮੀਰ ਆਪਣਾ ਬੈਨੀਫਿਟ ਜ਼ਿਆਦਾ ਤੋਂ ਜ਼ਿਆਦਾ ਸੋਚਣਗੇ, ਗਰੀਬ ਡਾਊਨ ਹੋ ਜਾਣਗੇ ਤੇ ਅਮੀਰ ਜ਼ਿਆਦਾ ਤੋਂ ਜ਼ਿਆਦਾ ਰਿਚ ਹੋਣ ਦੀ ਕੋਸ਼ਿਸ਼ ਕਰਨਗੇ। ਬਿਕੋਜ਼ ਦਿਨ ਦੇ ਵਿੱਚ 18 ਘੰਟੇ ਵੀ ਤੁਹਾਡੇ ਕੋਲ ਕੰਮ ਲੈ ਸਕਦੇ ਆ ਜੇ ਰੂਲ ਰੈਗੂਲੇਸ਼ਨ ਨਹੀਂ ਹੋਏਗਾ, ਜੇ ਓਪਨ ਕੰਪੀਟੀਸ਼ਨ ਕਰ ਦਿੱਤਾ ਜਾਏਗਾ। ਇਸ ਤਰ੍ਹਾਂ ਦੇ ਕੁਝ ਰਾਈਟਰ ਹੈਗੇ ਨੇ ਜਿਨ੍ਹਾਂ ਅਮੀਰ ਤੇ ਗਰੀਬ ਜਿਹੜਾ ਹੈਗਾ ਉਹਨਾਂ ਦਾ ਗਈ ਹੈ ਇੰਟਰਨੈਸ਼ਨਲ ਮੋਨਿਟਰੀ ਫੰਡ, ਮਤਲਬ ਕਿ ਅੰਤਰਰਾਸ਼ਟਰੀ ਮੁਦਰਾ ਕੋਸ਼, ਸਟੇਟ ਇਜ਼ ਐਂਡ ਦ ਇੰਸਟੀਟਿਊਸ਼ਨਸ ਆਫ ਅ ਸੋਸ਼ਲ ਵੈਲਫੇਅਰ।
ਕਹਿੰਦੇ ਜਿਹੜੀ ਸਾਡੀ ਰਾਜ ਹੈ ਨਾ ਇੱਕ ਸਮਾਜਿਕ ਕਲਿਆਣ ਦੀ ਸੰਸਥਾ ਹੈ। ਮਤਲਬ ਹਮੇਸ਼ਾ ਬੋਲਿਆ ਜਾਂਦਾ ਹੈ ਕਿ ਗਾਂਧੀ ਜੀ ਵੀ ਬਹੁਤਾ ਜ਼ਿਆਦਾ ਸਪੋਰਟ ਨਹੀਂ ਕਰਦੇ ਹੈਗੇ ਸਟੇਟ ਨੂੰ, ਉਹਨਾਂ ਨੂੰ ਵੀ ਲੱਗਦਾ ਹੈ ਕਿ ਸਟੇਟ ਇੱਕ ਕਿਸਮ ਦਾ ਫਾਲਤੂ ਥਿੰਕ ਹੈਗਾ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਸਾਡੇ ਉੱਤੇ ਇਨਸਟਰਕਸ਼ਨਸ ਲਗਾ ਰਿਹਾ, ਜਿੱਦਾਂ ਮੈਂ ਤੁਹਾਨੂੰ ਆਪਣੇ ਪਹਿਲੇ ਟੌਪਿਕਸ ਦੇ ਵਿੱਚ ਕਰਵਾਇਆ ਸੀਗਾ। ਸੋ ਇਸੇ ਤਰ੍ਹਾਂ ਹੀ ਜਿਹੜੇ ਇਹਨਾਂ ਚੀਜ਼ਾਂ ਦੇ ਸਮਰਥਕ ਨੇ ਕਿ ਵਕਤ ਪੁਰਾਣਾ ਟਾਈਮ ਪੀਰੀਅਡ ਹੈ ਨਾ, ਤਾਂ ਇਹ ਬੋਲੇਗਾ ਕਿ ਸਟੇਟ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਡੇ ਦੇਣਾ ਚਾਹੀਦਾ ਵਾ, ਬਿਕੋਜ਼ ਇਕਨੋਮਿਕ ਕੰਮ ਕਰਨਾ ਚਾਹੀਦਾ ਹੈ, ਇੰਸਟਰਕਸ਼ਨਸ ਨਹੀਂ ਲਗਾਉਣੀਆਂ ਚਾਹੀਦੀਆਂ। ਮਤਲਬ ਸਟੇਟ ਨੂੰ ਅੱਛਾ ਹੀ ਨਹੀਂ ਮੰਨਦੇ ਪੁਰਾਣੇ ਟਾਈਮ ਪੀਰੀਅਡ ਤੇ। तो न्यू टाइम पीरियड यानी कि मॉडर्न टाइम पीरियड ਦੇ ਰਾਈਟਰ ਕਹਿੰਦੇ ਨੇ ਕਿ ਜਿਹੜੀ ਸਟੇਟ ਹੈਗੀ ਆ ਉਹ ਇੱਕ ਕਿਸਮ ਦੇ ਸੋਸ਼ਲ ਵੈਲਫੇਅਰ ਯਾਨੀ ਕਿ ਸਾਡੇ ਕਲਿਆਣ ਦੇ ਲਈ ਬਣਾਈ ਗਈ ਹੈ। ਠੀਕ ਹੈ, ਸਾਨੂੰ ਜ਼ਿਆਦਾ ਤੋਂ ਜ਼ਿਆਦਾ ਫੈਸਿਲਿਟੀ ਦੇਵੇ ਇਸ ਲਈ ਬਣਾਈ ਗਈ ਹੈ। ਕਹਿੰਦੇ ਇਹਦਾ ਕੋਈ ਆਪਣਾ ਐਂਡ ਨਹੀਂ ਹੋਣਾ ਚਾਹੀਦਾ, ਇਹਦਾ ਕੋਈ ਆਪਣਾ ਉਦੇਸ਼ ਸੌਰੀ ਦੁਬਾਰਾ ਕੋਈ ਵਾਲੀਆਂ ਚੀਜ਼ਾਂ ਸਟਾਰਟ ਹੋ ਗਈਆਂ। ਆਪਣਾ ਉਦੇਸ਼ ਅਗਰ ਹੈਗਾ ਤਾਂ ਇਹਦਾ ਉਦੇਸ਼ ਹੀ ਹੋਣਾ ਚਾਹੀਦਾ, ਇਹਦਾ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਸਾਨੂੰ ਡਬਲ ਫੈਸਿਲਿਟੀ ਦੇਵੇ। ਇਹਦਾ ਤੁਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਹਿੰਦੇ ਆ, ਕਿ ਇਹਦੇ ਉਦੇਸ਼ ਨਹੀਂ ਹੋਣੇ ਚਾਹੀਦੇ ਕਿ ਇਹ ਸਾਡੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਰੂਲ ਬਣਾਏ, ਸਾਡੇ ਰੂਲ ਬਣਾ ਦਿੱਤੇ, ਕੰਟਰੋਲ ਕਰੇ। ਕਹਿੰਦੇ ਮਲਟੀਨੈਸ਼ਨਲ ਕੰਪਨੀ ਜਿਹੜੀਆਂ ਸੀਗੀਆਂ ਉਹਨਾਂ ਨੇ ਵੀ ਇਹਦੇ ਵਿੱਚ ਇੱਕ ਕਿਸਮ ਦੀ ਪੁਆਇੰਟ ਹੈ ਜੀ ਇੰਪੋਰਟੈਂਟ ਰੋਲ ਜਿਹੜਾ ਸੀਗਾ ਅਦਾ ਕੀਤਾ। ਰੈਗੂਲਰ ਇਕਨੋਮਿਕ ਕਹਿੰਦੇ ਕਿ ਸਾਡੀ ਜਿਹੜੀ ਫ੍ਰੀ ਅਰਥ ਵਿਵਸਥਾ ਹੈਗੀ ਉਹ ਕਰ ਦੇਣਾ ਚਾਹੀਦਾ ਵਾ, ਰੈਗੂਲੇਟਡ ਸੈਂਚੁਰੀ ਦੇ ਵਿੱਚ ਹੀ ਆ। तो लेकिन फिर भी ये चीजें बोल रही है ना रेगुलेटेड लिखो ज्यादा ओपन कंपटीशन होगा, रेगुलेटेड फ्री ट्रेड ओके कहंदे कि इकोनॉमिक ਜਿਹੜੀ ਹੈਗੀ ਹੈ ਇਕਨੋਮਿਕ ਕੰਡੀਸ਼ਨ ਜਿਹੜੀ ਹੈਗੀ ਆ ਕਹਿੰਦੇ ਉਹ ਸੈਟ ਕਰ ਦੇਣਾ ਚਾਹੀਦਾ ਵਾ। ਕਿਸ ਤਰ੍ਹਾਂ ਬੋਲ ਉਹੀ ਚੀਜ਼ਾਂ ਨਹੀਂ ਹੈ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇਕਨੋਮਿਕ ਕੰਡੀਸ਼ਨ ਨਹੀਂ ਮਤਲਬ ਯਾਨੀ ਕਿ ਇਕਨੋਮਿਕ ਕੰਡੀਸ਼ਨ ਰੈਗੂਲਰਡ ਇਸ ਤਰੀਕੇ ਦੇ ਨਾਲ ਹੋਏ ਦੇਖਦੇ ਹਾਂ ਕਿ ਮਜ਼ਦੂਰਾਂ ਦੀ ਜਿਹੜੀ ਪੇਮੈਂਟ ਹੈ ਲੇਬਰ ਕਲਾਸ ਕਰਨ ਤੋਂ ਬਾਅਦ ਅਸੀਂ ਫਿਰ ਦੁਬਾਰਾ ਉਸੇ ਥਾਂ ਤੇ ਆ। ਠੀਕ ਹੈ, ਜਿਹੜੇ ਕੰਮ ਕਰਨ ਦੇ ਘੰਟੇ ਨੇ ਮਤਲਬ ਜਿਹੜੇ ਵਰਕਿੰਗ ਆਵਰਸ ਨੇ ਉਸ ਨੂੰ ਕਿਸ ਤਰ੍ਹਾਂ ਮੈਂ ਦੁਬਾਰਾ ਆ ਗਈ। ਇਸ ਤੋਂ ਇਲਾਵਾ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਸਿਲਿਟੀ ਦੈਨ ਉਹੀ ਚੀਜ਼ਾਂ ਦੁਬਾਰਾ। ਸੋ ਕਹਿੰਦੇ ਇਸ ਤਰ੍ਹਾਂ ਦੇ ਕੁਝ ਰੂਲ ਐਂਡ ਰੈਗੂਲੇਸ਼ਨ ਬਣਾ ਦਿੱਤੇ ਜਾਣੇ ਚਾਹੀਦੇ। ਮਾਡਰਨ ਟਾਈਮ ਪੀਰੀਅਡ ਕਹਿ ਰਿਹਾ ਜੋ ਕਿ ਠੀਕ ਹੈਗਾ। ਠੀਕ ਹੈ, ਹੁਣ ਦੇਖੋ ਤੁਸੀਂ ਆਪਾਂ ਸਾਰੀ ਫੈਮਿਲੀ ਦੀ ਵਰਕਿੰਗ ਜਦੋਂ ਕਰ ਰਹੇ ਹੈਗੇ ਹਾਂ, ਅਗਰ ਸਾਨੂੰ ਫਿਕਸਡ ਆਵਰ ਨਾ ਦਿੱਤੇ ਜਾਣ, ਫਿਕਸਡ ਆਵਰਸ ਨਾ ਦਿੱਤੇ ਜਾਣ, ਇਹਦਾ ਮਤਲਬ ਸਾਡੇ ਲਈ ਪ੍ਰੋਬਲਮ ਹੋ ਸਕਦੀ ਹੈ। ਓਪਨ ਕੰਪੀਟੀਸ਼ਨ ਸਾਰਾ ਦਿਨ ਅਗਰ ਮੈਨੂੰ ਕਹੋ ਕਿ ਮਸ਼ੀਨ ਦੀ ਤਰ੍ਹਾਂ ਬੋਲਦੀ ਰਵਾਂ ਤੇ ਮੈਂ ਨਹੀਂ ਬੋਲ ਸਕਦੀ। ਇਸ ਦੇ ਨਾਲ ਹੀ ਜਿਹੜੇ ਸਾਡੇ ਇੰਨਾ ਬੋਲ ਦਿੰਦੇ ਹੈਗੇ ਆ ਕਿ ਆਪਾਂ 40-45 ਮਿੰਟਾਂ ਦੇ ਲੈਕਚਰ 'ਚ ਬੋਲ ਦਿੰਦੇ ਆ ਤਾਂ ਕਿ ਮੇਰਾ ਮਤਲਬ ਕੀ ਹੈ ਸਾਨੂੰ ਕੰਮ ਕਰਨ ਦੇ ਫਿਕਸਡ ਆਵਰਸ ਜਿਹੜੇ ਹੈਗੇ ਨੇ ਉਹ ਪਹਿਲਾਂ ਹੀ ਫਿਕਸਡ ਕਰ ਦੇਣੇ ਚਾਹੀਦੇ ਆ, ਬਿਕੋਜ਼ ਜਿੰਨਾ ਪੁੱਛਿਆ ਜਾਏ ਉਨਾ ਆਨਸਰ ਦੇ ਕੇ ਫਟਾਫਟ ਆਪਣਾ ਜਿਹੜਾ ਕ੍ਰੋਸ ਜ਼ਿਆਦਾ ਕੰਮ ਨਹੀਂ ਕਰ ਸਕਦਾ, ਬਿਕੋਜ਼ ਹਿਊਮਨ ਬੀਇੰਗ ਕਦੇ ਮਸ਼ੀਨ ਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਵਾ कंपटीशन ना करवाओ। मशीन अगर पूरे टाइम काम करती है तो उसने भी करना है, नहीं कर सकते। ठीक है, सो उस तो बाद कहते स्टेट इज द सोशल एंड द मॉरल इंस्टीट्यूट। कहते स्टेट ਜਿਹੜੀ ਹੈਗੀ ਆ ਸਮਾਜਿਕ ਤੇ ਨੈਤਿਕ ਦੋਵੇਂ ਤਰ੍ਹਾਂ ਦੀ ਸੰਸਥਾ ਹੈਗੀ ਆ। किस तरह कहते मॉडर्न टाइम पीरियड कहता है कि स्टेट कोई इवल नहीं है, स्टेट कोई बुराई नहीं है, स्टेट विच अज असीं हैगे आ तां मॉरल चीज़ां भी सानूं समझ आ रहीआं ने, जिद्दां छोटियां नूं प्यार करना, वड्डियां दा आदर करना। ठीक है, अगर स्टेट है ना तो सानूं चीज़ां समझ आ रहीआं ने। जंगलां विच चले जाओ, ठीक है, शेर ने ये नहीं देखना भी तुम तो छोटा लग रहा है, माया होनी चाहिए देखना, ये नहीं देखना कि तुम तो छोटा लग रहा है, मैं तेरे नाल किद्दां दा ट्रीट करना, उन्हें तो मार ही देना है। नेक्स्ट ਤੁਹਾਡਾ ਹੈਗਾ ਵਾ ਕਨਿੰਕਾ। तो चलो ਅਸੀਂ ਅਗਰ ਇਨਸਾਨ ਦੀ ਪੋਜ਼ਿਟਿਵ ਲਿਬਰਲਿਜ਼ਮ ਦੇ ਲੋਕ ਅਗਰ ਉੱਥੇ ਕੋਈ ਜੰਗਲੀ ਜਾਨਵਰ ਕੋਈ ਆਦੀਵਾਸੀ ਟਾਈਪ ਦਾ ਪਰਸਨ ਹੈਗਾ ਨਾ, ਉਹ ਤੁਹਾਨੂੰ ਦੇਖ ਕੇ ਤੁਹਾਡੇ ਡਰੈਸਿੰਗ ਸੈਂਸ ਨੂੰ ਦੇਖ ਕੇ ਉਹ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰੇਗਾ। ਉਹ ਇਹ ਨਹੀਂ ਦੇਖੇਗਾ ਕਿ ਲੋਕ ਜਿਹੜੇ ਸੀਗੇ ਕਿਸ ਤਰ੍ਹਾਂ ਦੇ ਸੀ। ਉਹਨਾਂ ਦੀ ਕਿਹਾ ਜਾਂਦਾ ਹੈ ਰੂਲ ਐਂਡ ਰੈਗੂਲੇਸ਼ਨ ਹਮੇਸ਼ਾ ਸਟੇਟ ਚ ਬਣਦੀਆਂ ਨੇ, ਜੰਗਲਾ ਵਗੈਰਾ ਚ ਨਹੀਂ ਬਣਦੀਆਂ ਹੈਗੀਆਂ। ਠੀਕ ਹੈ, ਕੁਝ ਪੁਰਾਣੇ ਟਾਈਮ ਪੀਰੀਅਡ ਦੇ ਰਾਈਟਰ ਹੈਗੇ ਨੇ ਹੌਬਸ, ਲੌਕ, ਰੂਸੋ। ਠੀਕ ਹੈ, ਇਹਨਾਂ ਦੀ ਕਦੇ ਥਿਊਰੀ ਪੜ੍ਹ ਕੇ ਦੇਖਣਾ। ਇਹ ਕਹਿੰਦੇ ਨੇ ਕਿ ਪੁਰਾਣੇ ਟਾਈਮ ਪੀਰੀਅਡ ਵਿੱਚ ਵੀ ਜੀ ਰੂਲ ਹੁੰਦੇ ਸੀ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ। ਕ੍ਰਾਸ ਲਗਾ ਲਓ ਆਪਣੇ ਉੱਤੇ। ਪਰ ਰਾਈਟਰਸ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਵਾ ਕਿ ਜੰਗਲਾਂ ਦੇ ਵਿੱਚ ਕਿਹੜੇ ਰੂਲ ਐਂਡ ਰੈਗੂਲੇਸ਼ਨ ਪਰ ਜੋ ਪੋਸਟ ਕੰਟੈਂਪਰੇਰੀ ਲਿਬਰਲਿਜ਼ਮ ਦੇ ਲੋਕ ਜਿਹੜੇ ਸੀਗੇ, ਸਟੇਟ ਜਿਹੜੀ ਹੈਗੀ ਕੋਈ ਬੁਰਾਈ ਨਹੀਂ ਹੈਗੀ। ਸਟੇਟ ਇਸ ਲਈ ਬਣਾਈ ਜਾਂਦੀ ਹੈ ਤਾਂ ਜੋ ਸਾਡੇ ਜਿਹੜੀਆਂ ਡੇ ਬਾਈ ਦੀਆਂ ਨੀਡਸ ਨੇ ਉਹ ਪੂਰੀਆਂ ਹੋ ਸਕਣ, ਸਾਨੂੰ ਹਰੇਕ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾਏ। ਬਾਕੀਆਂ ਦੀ ਕਹਿੰਦੇ ਆਪੋਜੀਸ਼ਨ ਟੂ ਦ ਥਿਊਰੀ ਆਫ ਅ ਨੈਚੁਰਲ ਰਾਈਟ। ਕਹਿੰਦੇ ਕੁਦਰਤੀ ਅਧਿਕਾਰਾਂ ਦੇ ਸਿਧਾਂਤ ਦਾ ਖੰਡਨ। ਜੋ ਮੈਂ ਤੁਹਾਨੂੰ ਹੁਣੀ ਜੀ ਬੋਲ ਕੇ ਹਟੀ ਆ ਕਿ ਕੁਝ ਰਾਈਟਰ ਇਦਾਂ ਦੇ ਨੇ ਕਹਿੰਦੇ ਕਿ ਨੈਚੁਰਲ ਰਾਈਟ ਨਾਮ ਦੀ ਵੀ ਚੀਜ਼ ਹੁੰਦੀ ਹੈ, ਲਾਈਕ ਫॉर ਐਗਜ਼ਾਮਪਲ ਰਾਈਟ ਟੂ ਬਰਥ। ਠੀਕ ਹੈ, ਜਨਮ ਲੈਣ ਦਾ ਅਧਿਕਾਰ, ਰਾਈਟ ਟੂ ਫਰੀडम, ਰਾਈਟ ਟੂ ਪ੍ਰਾਪਰਟੀ। ਕੁਝ ਇਹ ਨੈਚੁਰਲ ਰਾਈਟ ਹੈਗੇ ਨੇ ਜਿਹੜੇ ਹਿਊਮਨ ਬੀਇੰਗ ਨੂੰ ਬਰਥ ਤੋਂ ਹੀ ਮਿਲੇ ਨੇ। ਇੱਕ ਚੀਜ਼ ਮੈਂ ਹੋਰ ਵੀ ਰਿਐਲਿਟੀ ਹੈ ਕਿ ਨਹੀਂ ਆ ਰਹੀ, ਬੱਚੇ ਵਾਲੇ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖ ਦਿੰਦੇ ਹੈਗੇ ਨੇ ਕਿ ਰਾਈਟ ਟੂ ਬਰਥ ਦਾ ਰਾਈਟ ਹੈ। ਠੀਕ ਹੈ, ਜਨਮ ਲੈਣ ਦਾ ਅਧਿਕਾਰ ਹੈ, ਬਟ ਇਹ ਅਧਿਕਾਰ ਦਾ ਡਿਫਾਰਮੇਸ਼ਨ ਨਹੀਂ ਰਹਿ ਸਕਦਾ। ਤੁਸੀਂ ਕੋਈ ਕ੍ਰਾਈਮ ਕਰ ਲਓ ਅੱਛਾ ਜਿਹਾ,
ਅੱਛਾ ਜਿਹਾ ਤਾਂ ਨਹੀਂ ਬੋਲ ਸਕਦੀ, ਕੋਈ ਘਟੀਆ ਕਿਸਮ ਦਾ ਕ੍ਰਾਈਮ ਕਰ ਲੋ तो ਉਹਦੇ ਨਾਲ ਕੀ ਹੋਏਗਾ, ਤੁਹਾਨੂੰ ਸਜ਼ਾ ਮਿਲ ਜਾਏਗੀ ਤੇ ਸਜ਼ਾ ਮੌਤ ਦੀ ਵੀ ਹੋ ਸਕਦੀ ਹੈ। तो ਇਹ ਕਹਿਣਾ ਕਿ ਮੈਨੂੰ ਰਾਈਟ ਟੂ ਬਰਥ, ਜਨਮ ਲੈਣ ਦਾ ਅਧਿਕਾਰ ਹੈ, ਠੀਕ ਹੈ, ਤੇ ਮੈਨੂੰ ਇਹ ਰਾਈਟ ਟੂ ਲਾਈਫ ਦਾ ਅਧਿਕਾਰ ਹੈ, ਮੈਨੂੰ ਜਿਉਣ ਦਾ ਅਧਿਕਾਰ ਹੈ, ਠੀਕ ਹੈ। तो ਜਿਉਣ ਦੇ ਅਧਿਕਾਰ ਨੂੰ ਇੱਕ ਕਿਸਮ ਦਾ ਰਾਈਟ ਟੂ ਲਾਈਫ ਦੇ ਜਿਹੜਾ ਰਾਈਟ ਹੈਗਾ ਨਾ, ਇਸ ਨੂੰ ਨੈਚੁਰਲ ਰਾਈਟ ਬੋਲਿਆ ਜਾਂਦਾ ਹੈ। ਲੇਕਿਨ ਨੈਚੁਰਲ ਰਾਈਟ, ਇਹ ਨੈਚੁਰਲ ਰਾਈਟ ਦੇ ਉੱਤੇ ਵੀ ਇਨਸਟਰਕਸ਼ਨਸ ਲੱਗੀਆਂ ਨੇ ਬੇਟਾ, ਸਾਨੂੰ ਹੈਂਗ ਦੀ ਸਜ਼ਾ ਮਿਲ ਸਕਦੀ ਹੈ, ਫਾਂਸੀ ਦੀ ਸਜ਼ਾ ਮਿਲ ਸਕਦੀ ਹੈ। ਤਾਂ ਕੁਝ ਰਾਈਟਰ ਇਹ ਬੋਲਦੇ ਨੇ ਕਿ ਨੈਚੁਰਲ ਰਾਈਟ ਨੇ, ਸਾਨੂੰ ਹਮੇਸ਼ਾ ਤੋਂ ਹੀ ਮਿਲਿਆ ਹੋਏਗਾ, ਠੀਕ ਹੈ। ਸੋ ਅਸੀਂ ਕਵਾਂਗੇ ਕਿ ਇਹ ਨੈਚੁਰਲ ਰਾਈਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਕਹਿੰਦੇ ਨੇ ਕਿ ਅਧਿਕਾਰ ਉਹੀ ਨੇ ਜੋ ਸਟੇਟ ਦੇ ਵਿੱਚ ਨੇ, ਜੋ ਸਟੇਟ ਨੇ ਦਿੱਤੇ ਨੇ, ਜਿਨ੍ਹਾਂ ਦੇ ਉੱਤੇ ਸਟੇਟ ਤੁਹਾਡੀ ਪ੍ਰੋਟੈਕਸ਼ਨ ਕਰਦਾ ਹੈਗਾ, ਠੀਕ ਹੈ ਨਾ ਬੇਟਾ। ਉਸ ਤੋਂ ਬਾਅਦ ਅਗੇਂਸਟ ਵਾਇਲੈਂਸ, ਕਹਿੰਦੇ ਅਹਿੰਸਾ ਦੇ ਵਿਰੁੱਧ, ਕਹਿੰਦੇ ਜਿਹੜੇ ਸਾਡੇ ਹੈਗੇ ਨੇ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ, ਉਹ ਕਹਿੰਦੇ ਹਿੰਸਾ ਦੇ ਵਿਰੁੱਧ ਨੇ, ਬਿਕੋਜ਼ ਕਹਿੰਦੇ ਕਿ ਇਹਦੇ ਨਾਲ ਕਾਫੀ ਸਾਡਾ ਨੁਕਸਾਨ ਹੋ ਜਾਂਦਾ ਵਾ ਜੇ ਅਸੀਂ ਹਿੰਸਕ ਤਰੀਕੇ ਦੇ ਨਾਲ ਗੱਲਾਂ ਕਰਦੇ ਹੈਗੇ ਆ। ਤੁਸੀਂ ਦੇਖੋ ਇੱਕਦਮ ਵਾਇਲੈਂਸ ਆ ਜਾਓ, ਠੀਕ ਹੈ, ਬੋਲਦੇ ਹੈਗੇ ਨਾ, ਕਈ ਵੇਲੇ ਸਾਨੂੰ ਗੁੱਸਾ ਆ ਜਾਂਦਾ ਹੈ ਤੇ ਅਸੀਂ ਅਨਾਪ ਸ਼ਨਾਪ ਬੋਲ ਦਿੰਨੇ ਆ, ਕਿਸੇ ਨੂੰ ਵੀ ਕੁਝ ਵੀ ਬੋਲ ਦਿੰਨੇ ਹੈਗੇ, ਨਹੀਂ ਬੋਲਣ ਵਾਲੀਆਂ ਚੀਜ਼ਾਂ ਵੀ ਬੋਲ ਦਿੰਨੇ ਆ ਪਰਸਨ ਨੂੰ। ਤੇ ਉਹਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਵਾਇਲੈਂਸ ਦੇ ਵਿੱਚ ਆਉਂਦੇ ਆ, ਦੈਨ ਅਸੀਂ ਆਪਣੇ ਆਪ ਖੁਦ ਦਾ ਹੀ ਕੰਮ ਖਰਾਬ ਕਰਕੇ ਬਹਿ ਜਾਂਦੇ ਆ। ਸੋ ਵਾਇਲੈਂਸ ਨਹੀਂ ਚ ਕਦੇ ਨਹੀਂ ਆਣਾ ਚਾਹੀਦਾ, ਬਿਕੋਜ਼ ਇਸ ਦੇ ਨਾਲ ਕੀ ਹੁੰਦਾ ਹੈ, ਅਸੀਂ ਆਪਣਾ ਜਿਹੜਾ ਲਾਈਫ ਸਟਾਈਲ ਜੋ ਇੰਨੇ ਟਾਈਮ ਦਾ ਬਣਾਇਆ ਹੁੰਦਾ ਹੈ, ਅਸੀਂ ਖਰਾਬ ਕਰ ਦਿੰਨੇ ਆ, ਠੀਕ ਹੈ। ਇਸ ਦੇ ਮੁਕਾਬਲੇ ਦੇ ਵਿੱਚ ਕਹਿੰਦੇ ਕਿ ਜਦੋਂ ਵੀ ਵਾਇਲੈਂਸ ਦੇ ਤਰੀਕੇ ਦੇ ਨਾਲ ਕਦੇ ਗਵਰਨਮੈਂਟ ਦੇ ਨਾਲ ਵੀ ਟ੍ਰੀਟ ਨਹੀਂ ਕਰਨਾ ਚਾਹੀਦਾ। ਕਹਿੰਦੇ ਪੀਸਫੁਲ ਕੋਆਰਡੀਨੇਸ਼ਨਸ ਨੂੰ ਮੇਨਟੇਨ ਰੱਖਦੇ ਹੋਏ, ਇਸ ਤੋਂ ਇਲਾਵਾ ਸੰਵਿਧਾਨਕ ਤਰੀਕੇ ਯਾਨੀ ਕਿ ਕਨਸਟੀਟਿਊਸ਼ਨ ਦੇ ਤਰੀਕੇ ਦੇ ਨਾਲ, ਉਹਦੇ ਟਾਈਪ ਦੇ ਨਾਲ ਜਿਹੜਾ ਹੈਗਾ ਸਿਸਟਮ ਨੂੰ ਚਲਾਉਣਾ ਚਾਹੀਦਾ ਵਾ, ਨਾ ਕਿ ਵਾਇਲੈਂਸ ਦੇ ਤਰੀਕੇ ਦੇ ਨਾਲ, ਠੀਕ ਹੈ। ਹੁਣ ਤੁਸੀਂ ਸੋਚੋ, ਗਵਰਨਮੈਂਟ ਆਂਦੀ ਹੈ, ਗਵਰਨਮੈਂਟ ਬੋਲਦੀ ਹੈ ਕਿ ਮੈਂ ਤੁਹਾਡੇ ਲਈ ਰੇਲ ਨਵੀਂ ਬਣਾਤੀ, ਠੀਕ ਹੈ, ਰੇਲ ਉਹਨੇ ਬਣਾਤੀ, ਰੇਲ ਮੰਨ ਲਓ ਉਹਨੇ ਕੱਲ ਬਣਾਈ ਹੈ, ਅੱਜ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈ ਗਈ, ਕਿਸੇ ਰੂਲ ਦੀ ਜ਼ਰੂਰਤ ਪੈ ਗਈ, ਗਵਰਨਮੈਂਟ ਨੂੰ ਅਸੀਂ ਪਟੀਸ਼ਨ ਦਿੰਨੇ ਆ, ਸਭ ਤੋਂ ਪਹਿਲਾਂ ਪਟੀਸ਼ਨ ਦਿੰਨੇ ਆ, ਪਹਿਲਾਂ ਹੀ ਨਹੀਂ ਧਰਨਾ ਲਾ ਕੇ ਬਹਿ ਜਾਂਦੇ, ਪਟੀਸ਼ਨ ਦਿੰਨੇ ਆ। ਪਟੀਸ਼ਨ ਦਾ ਮਤਲਬ ਬੇਨਤੀ ਕਰਦੇ ਆ ਗਵਰਨਮੈਂਟ ਨੂੰ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਸਾਨੂੰ ਫੈਸਿਲਿਟੀ ਦੀ ਜ਼ਰੂਰਤ ਹੈ, ਇਹ ਚੀਜ਼ਾਂ ਦੀ ਸਾਡੀ ਡਿਮਾਂਡ ਹੈ, ਪੂਰੀ ਕਰੋ। ਗਵਰਨਮੈਂਟ ਨਹੀਂ ਡਿਮਾਂਡ ਪੂਰੀ ਕਰਦੀ, ਠੀਕ ਹੈ। ਮੈਂ ਹੁਣੀ ਕੀ ਕਹਿੰਨੀ ਆ, ਮੈਂ ਰੇਲ ਬਣਾ ਕੇ ਆਈ ਆ, ਮੈਂ ਮੰਤਰੀ ਆ, ਮੈਂ ਰੇਲ ਬਣਾ ਕੇ ਆਈ ਆ, ਠੀਕ ਹੈ, ਮੈਂ ਨਹੀਂ ਬਣਾ ਕੇ ਆਈ, ਵਟਐਵਰ ਕਿਸੇ ਕੋਲ ਬਣਵਾਈ ਹੈ, ਮੇਰੇ ਨਾਮ ਤੋਂ ਰੇਲ ਚੱਲ ਰਹੀ ਹੈਗੀ ਹੈ, ਠੀਕ ਹੈ। ਤੋ ਤੁਸੀਂ ਮੇਰੇ ਕੋਲ ਚੀਜ਼ਾਂ ਦੀ ਡਿਮਾਂਡ ਕਰ ਰਹੇ, ਮੈਂ ਨਹੀਂ ਫੁੱਲਫਿਲ ਕੀਤੀ, ਫਿਰ ਡਿਮਾਂਡ ਕਰ ਰਹੇ, ਮੈਂ ਨਹੀਂ ਫੁੱਲਫਿਲ ਕੀਤੀ, ਦੈਨ ਤੁਸੀਂ ਗੁੱਸੇ ਚ ਆ ਕੇ ਕੀ ਕਰਦੇ ਹੋ, ਸਟ੍ਰਾਈਕ ਕਰਨ ਦੇ ਲਈ ਬਹਿ ਜਾਂਦੇ ਹੋ, ਮੈਂ ਨਹੀਂ ਫੁੱਲਫਿਲ ਕਰਦੀ ਫਿਰ ਵੀ, ਦੈਨ ਤੁਸੀਂ ਕੀ ਕਰਦੇ ਹੋ, ਮੇਰੀ ਬਣਾਈ ਹੋਈ ਰੇਲ ਨੂੰ ਅੱਗ ਲਾ ਦਿੰਦੇ ਹੋ। ਕੀ ਕਰ ਰਹੇ ਹੋ, ਵਾਇਲੈਂਸ ਕਰ ਰਹੇ ਹੋ ਨਾ। ਮੇਰਾ ਕੀ ਗਿਆ, ਮੇਰਾ ਕੁਝ ਨਹੀਂ ਗਿਆ, ਮੈਂ ਲੀਡਰ ਹਾਂ, ਮੇਰਾ ਕੁਝ ਨਹੀਂ ਗਿਆ। ਇੱਕ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ, ਲੀਡਰ ਦਾ ਕੁਝ ਨਹੀਂ ਜਾਂਦਾ। ਅਰੇ ਉਹਨਾਂ ਨੇ ਤਾਂ ਪਹਿਲਾਂ ਵੀ ਤੁਹਾਡੇ ਤੋਂ ਟੈਕਸ ਇਕੱਠੇ ਕਰਕੇ ਰੇਲ ਬਣਾਈ ਸੀ, ਹੁਣ ਵੀ ਤੁਹਾਡੇ ਤੋਂ ਟੈਕਸ ਇਕੱਠੇ ਕਰਕੇ ਉਹਨੇ ਰੇਲ ਬਣਾ ਲੈਣੀ, ਉਹਦਾ ਕੁਝ ਨਹੀਂ ਜਾਂਦਾ। ਉਹਨੇ ਪਹਿਲਾਂ ਵੀ ਆਪਣੇ ਨਾਮ ਤੇ ਚਲਾਈ ਸੀ, ਉਹਨੇ ਹੁਣ ਵੀ ਆਪਣੇ ਨਾਮ ਤੇ ਚਲਾ ਲਿਆ। ਇੰਡੀਆ ਦੇ ਲੋਕ ਇਸ ਲਈ ਜ਼ਿਆਦਾ ਗਰੀਬ ਨੇ, ਲੀਡਰ ਇੱਕ ਮਸੀਂ, ਕੋਈ ਅੱਛਾ ਜਿਹਾ ਲੀਡਰ ਕੋਈ ਆਂਦਾ ਹੈਗਾ, ਮਸੀਂ ਬਰੇ ਸ਼ੁਮਾਈ ਕੁਝ ਬਣਾ ਦਿੰਦਾ ਹੈਗਾ, ਸਾਡੇ ਵਰਗੇ ਫਾਲਤੂ ਪਾਗਲ ਲੋਕ ਜਾ ਕੇ ਉਹਨਾਂ ਚੀਜ਼ਾਂ ਨੂੰ ਅੱਗ ਲਾ ਦਿੰਦੇ ਨੇ, ਫਿਰ ਉਹ ਦੁਬਾਰਾ ਉਹੀ ਲੀਡਰ ਉਹੀ ਕੰਮ ਨੂੰ ਦੁਬਾਰਾ ਰਿਪੀਟ ਕਰਨਾ ਸਟਾਰਟ ਕਰ ਦਿੰਦਾ ਹੈ। ਅਸੀਂ ਘਰ ਬਣਾਉਂਦੇ ਆ, ਆਪਣੇ ਆਪ ਉਧੇੜ ਦਿੰਨੇ ਆ, ਫਿਰ ਉਹ ਘਰ ਬਣਾਉਂਦੇ ਆ, ਫਿਰ ਉਧੇੜ ਦਿੰਨੇ ਆ, ਫਿਰ ਘਰ ਬਣਾਉਂਦੇ ਆ, ਫਿਰ ਉਧੇੜ ਦਿੰਨੇ ਆ। ਪ੍ਰੋਗਰੈਸ ਹੋਈ ਨਹੀਂ ਹੋਈ, ਅਸੀਂ ਤਾਂ ਉਹੀ ਕੰਮ ਕਰੀ ਜਾ ਰਹੇ ਆ ਨਾ। तो इसलिए आज इंडिया ਦੇ ਵਿੱਚ ਕੁਝ ਜ਼ਿਆਦਾ ਪ੍ਰੋਗਰੈਸ ਨਹੀਂ ਹੋ ਪਾਉਂਦੀ, ਕਿਉਂਕਿ ਅਸੀਂ ਲੋਕ ਜਿਹੜਾ ਸਾਡਾ ਮਟੀਰੀਅਲ ਹੈ ਨਾ, ਅਸੀਂ ਉਸ ਨੂੰ ਹੀ ਸਾੜ ਦਿੰਨੇ ਹੈਗੇ ਆ। ਤੁਸੀਂ ਦੇਖਿਆ ਹੋਏਗਾ ਰਾਮ ਰਹੀਮ ਦਾ ਜਦੋਂ ਕੇਸ ਹੋਇਆ ਸੀਗਾ, ਕਿੰਨਾ ਕੁਝ ਜਾਲ ਦਿੱਤਾ ਗਿਆ ਹੈ ਨਾ। ਨੁਕਸਾਨ ਕਿਹਦਾ ਹੋਇਆ, ਲੀਡਰ ਦਾ। ਹਾਂਜੀ, तो नुकसान किसदा हो रहा वा, नुकसान ਕਿਸੇ ਦਾ ਨਹੀਂ ਹੋ ਰਿਹਾ, ਨੁਕਸਾਨ ਲੀਡਰ ਦਾ ਨਹੀਂ ਹੋ ਰਿਹਾ। ਬੇਟਾ ਯਾਦ ਰੱਖਣਾ ਇਸ ਚੀਜ਼ ਨੂੰ, ਅਸੀਂ ਆਪਣੀ ਪ੍ਰਾਪਰਟੀ ਨੂੰ ਆਪਣੇ ਹੱਥਾਂ ਦੇ ਨਾਲ ਆਪ ਹੀ ਜਾਲ ਦਿੰਨੇ ਆ, ਲੀਡਰ ਦਾ ਨੁਕਸਾਨ ਨਹੀਂ ਹੁੰਦਾ। ਸੋ ਇਸ ਲਈ ਵਾਇਲੈਂਸ ਦੇ ਤਰੀਕੇ ਨੂੰ ਯੂਜ਼ ਨਾ ਕਰਕੇ ਕਨਸਟੀਟਿਊਸ਼ਨ ਦੇ ਤਰੀਕੇ ਦੇ ਨਾਲ, ਸਹੀ ਮੈਥਡਸ ਦੇ ਨਾਲ ਗਵਰਨਮੈਂਟਸ ਦੇ ਕੋਲ ਆਪਣੀਆਂ ਡਿਮਾਂਡਸ ਕਰਨੀਆਂ ਚਾਹੀਦੀਆਂ ਨੇ, ਠੀਕ ਹੈ। ਸੋ ਵਾਇਲੈਂਸ ਨਹੀਂ ਕ੍ਰੀਏਟ ਕਰਨਾ ਚਾਹੀਦਾ। ਉਸ ਤੋਂ ਬਾਅਦ ਸਪੋਰਟ ਆਫ ए रिप्रेजेंटेटिव इंस्टीट्यूशंस, ठीक है। तो कहते प्रतिनिर्धात्मक संस्थावां ਦਾ ਸਮਰਥਨ ਕਰਨਾ ਚਾਹੀਦਾ ਹੈ। रिप्रेजेंटेटिव इंस्टीट्यूशंस ਲਿਖਦੇ ਨਾ, प्रतिनिर्धात्मक संस्थावां, थोड़ा स्पेलिंग डिफिकल्ट लगता है। सो कहते कि
ਜਿਹੜੇ ਮਾਡਰਨ ਟਾਈਮ ਪੀਰੀਅਡ ਦੇ ਲੋਕ ਹੈਗੇ ਨੇ ਉਹ ਕਹਿੰਦੇ ਨੇ ਕਿ ਰਿਪਰੈਜ਼ੈਂਟੇਟਿਵ ਇੰਸਟੀਟਿਊਟ ਜਿਹੜੇ ਹੈਗੇ ਨੇ ਇਹ ਬਣਾਉਣੇ ਚਾਹੀਦੇ ਨੇ, ਬਿਕੋਜ਼ ਅਗਰ ਇਹ ਬਣਨਗੇ ਦੈਨ ਹੀ ਲੋਕਾਂ ਨੂੰ ਆਪਣੇ ਰਿਪਰੈਜ਼ੈਂਟੇਟਿਵ ਮਤਲਬ ਆਪਣੇ ਦੁਆਰਾ ਸਿਲੈਕਟ ਪਰਸਨ ਜਿਹੜੇ ਹੈਗੇ ਸਿਲੈਕਟ ਕਰਨ ਦਾ ਮੌਕਾ ਮਿਲੇਗਾ। ਠੀਕ ਹੈ, ਆਪਾਂ ਬੋਲਦੇ ਆ ਨਾ ਡਾਇਰੈਕਟ ਇਲੈਕਸ਼ਨਸ ਹੋਣੀਆਂ ਚਾਹੀਦੀਆਂ ਨੇ, ਬਿਕੋਜ਼ ਜਦੋਂ ਡਾਇਰੈਕਟ ਇਲੈਕਸ਼ਨਸ ਹੁੰਦੀਆਂ ਨੇ ਦੈਨ ਸਾਨੂੰ ਪਤਾ ਲੱਗਦਾ ਹੈ ਕਿ ਹਾਂ ਅਸੀਂ ਇਹ ਬੰਦੇ ਨੂੰ ਚੁਣਿਆ, ਇਹ ਬੰਦਾ ਸਾਡੇ ਲਈ 5 ਸਾਲਾਂ ਤੱਕ ਰਾਜ ਕਰੇਗਾ ਹੀ ਕਰੇਗਾ। ਠੀਕ ਹੈ, ਤੇ ਲੋੜ ਪੈਣ ਦੇ ਉੱਤੇ ਸਮੇਂ ਦੇ ਮੁਤਾਬਿਕ ਨੀਡਸ ਦੇ ਅਕੋਰਡਿੰਗ ਅਸੀਂ ਉਸ ਪਰਸਨ ਨੂੰ ਚੇਂਜ ਵੀ ਕਰ ਸਕਦੇ ਹਾਂ। ਨੈਕਸਟ ਹੈ ਯੂਨੀਵਰਸਲ ਅਡਲਟ ਫਰੈਂਚਾਈਜ਼। ਠੀਕ ਹੈ, ਤੇ ਯੂਨੀਵਰਸਲ ਅਡਲਟ ਫਰੈਂਚਾਈਜ਼ ਜਿਹੜੀ ਹੈਗੀ ਆ ਉਹਦੇ ਵਿੱਚ ਹੈਗਾ ਵਾ ਕਿ ਜਿਹੜਾ ਵੀ ਪਰਸਨ 18 ਸਾਲ ਦਾ ਹੋ ਜਾਂਦਾ ਵਾ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਦਾ ਕਾਸਟ, ਕਲਰ ਐਂਡ ਦਾ ਕ੍ਰੀਡ, ਰੇਸਿਸ ਐਟਸੈਟਰਾ, तो ਕਿਸੇ ਵੀ ਤਰੀਕੇ ਦੇ ਨਾਲ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ। ਹਰ ਇੱਕ ਪਰਸਨ ਨੂੰ ਜਿਹੜਾ ਰਾਈਟ ਟੂ ਵੋਟ ਦਾ ਰਾਈਟ ਹੈ ਉਹ ਦੇਣਾ ਚਾਹੀਦਾ ਵਾ, ਬਿਕੋਜ਼ ਹਰ ਇੱਕ ਪਰਸਨ ਦਾ ਰਾਈਟ ਹੈ ਕਿ ਉਹ ਆਪਣੇ ਲੀਡਰਸ ਨੂੰ ਆਪ ਸਿਲੈਕਟ ਕਰਨ। ਠੀਕ ਹੈ, ਉਸ ਤੋਂ ਬਾਅਦ ਫੇਥ ਇਨ ਪਲੂਰਲਿਸਟਿਕ ਸੋਸਾਇਟੀ। ਕਹਿੰਦੇ ਪਲੂਰਲਿਸਟਿਕ ਸੋਸਾਇਟੀ, ਅੱਜ ਸਾਡੀ ਸੋਸਾਇਟੀ ਦੇ ਵਿੱਚ ਦੇਖੋ ਬਹੁਤ ਤਰ੍ਹਾਂ ਦੇ ਲੋਕ ਨੇ, ਬਹੁਤ ਜਾਤਾਂ ਦੇ, ਧਰਮਾਂ ਦੇ, ਨਸਲਾਂ ਦੇ। ਠੀਕ ਹੈ, ਹੁਣ ਉਹ ਹਰੇਕ ਟਾਈਪ ਦੇ ਲੋਕ ਨੇ, ਹਰੇਕ ਟਾਈਪ ਦੇ ਲੋਕਾਂ ਦੇ ਲਈ ਆਪਣੇ ਲਈ ਵੱਖਰੇ ਗਰੁੱਪ ਦੀ ਜ਼ਰੂਰਤ ਹੈ। ਹੁਣ ਮੰਨ ਲਓ ਮੈਂ ਸਿੱਖੀਜ਼ਮ ਦੇ ਨਾਲ ਬਿਲੋਂਗ ਕਰਦੀ ਹਾਂ, ਮੰਨ ਲਓ ਨਹੀਂ ਮੈਂ ਹੈਗੀ ਸਿੱਖ ਹਾਂ, ਠੀਕ ਹੈ, ਤੋ ਮੈਂ ਸਿੱਖੀਜ਼ਮ ਦੇ ਨਾਲ ਬਿਲੋਂਗ ਕਰਦੀ ਹਾਂ, ਮੈਨੂੰ ਨਹੀਂ ਪਤਾ ਹਿੰਦੂਆਂ ਦੇ ਰੀਤੀ ਰਿਵਾਜ ਕੀ ਨੇ, ਮੈਨੂੰ ਨਹੀਂ ਪਤਾ ਮੁਸਲਮਾਨਾਂ ਦੇ ਰੀਤੀ ਰਿਵਾਜ ਕੀ ਨੇ, ਮੈਨੂੰ ਨਹੀਂ ਪਤਾ ਈਸਾਈ ਲੋਕ ਕੀ ਕਰਦੇ ਨੇ। ਠੀਕ ਹੈ, ਕਿਉਂਕਿ ਸਭ ਦੇ ਬਾਰੇ ਵਿੱਚ ਨੌਲੇਜ ਨਹੀਂ ਰੱਖੀ ਜਾ ਸਕਦੀ। ਸੋ ਹੁਣ ਜਦੋਂ ਮੈਨੂੰ ਪਤਾ ਹੀ ਨਹੀਂ ਉਹਨਾਂ ਪਰਸਨ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਆ, ਸੋ ਇਹਦੇ ਨਾਲ ਕੀ ਹੋਏਗਾ, ਪ੍ਰੋਬਲਮ ਕ੍ਰੀਏਟ ਹੋਣਗੀਆਂ। ਮੰਨ ਲਓ ਮੈਂ ਲੀਡਰ ਆ, ਮੇਰੇ ਲਈ ਸਾਰੇ ਤਰ੍ਹਾਂ ਦੇ ਲੋਕ ਇਕੁਅਲ ਟਾਈਪ ਦੇ ਲੋਕ ਨੇ। ਠੀਕ ਹੈ, ਲੇਕਿਨ ਮੈਨੂੰ ਪਤਾ ਹੀ ਨਹੀਂ ਉਹਨਾਂ ਲੋਕਾਂ ਦੇ ਲਈ ਕਰਨਾ ਕੀ ਹੈ। ਠੀਕ ਹੈ, ਮੰਨ ਲਓ ਹਿੰਦੂਆਂ ਦਾ ਕੋਈ ਤਿਉਹਾਰ ਆ ਗਿਆ, ਮੁਸਲਮਾਨਾਂ ਦਾ ਕੋਈ ਤਿਉਹਾਰ ਆ ਗਿਆ, ਮੈਂ ਸਿੱਖ ਹਾਂ ਤੇ ਮੈਂ ਛੁੱਟੀ ਨਹੀਂ ਕੀਤੀ, ਲੋਕਾਂ ਨੇ ਤਾਂ ਮੇਰੇ ਸਿਰ ਤੇ ਤਾਂਡਵ ਕਰਨਾ। ਉਹਨਾਂ ਨੇ ਕਹਿਣਾ ਜਦੋਂ ਸਿੱਖਾਂ ਦਾ ਕੋਈ ਹੁੰਦਾ ਛੁੱਟੀ ਕਰ ਦਿੰਦੇ ਆ, ਜਦੋਂ ਮੁਸਲਮਾਨਾਂ ਦਾ ਕੋਈ ਹੁੰਦਾ ਛੁੱਟੀ ਨਹੀਂ ਕਰਦੇ। ਲੋਕਾਂ ਨੇ ਤਾਂ ਅਗਰੈਸ਼ਨ ਦੇ ਵਿੱਚ ਆ ਜਾਣਾ ਇਸ ਚੀਜ਼ ਦੇ ਨਾਲ। ਸੋ ਲੋਕਾਂ ਨੂੰ ਉਹਨਾਂ ਦੀ ਅਗਰੈਸ਼ਨ ਤੋਂ ਬਾਹਰ ਨਿਕਾਲਣ ਦੇ ਲਈ ਅਸੀਂ ਜਦੋਂ ਆਪਣੇ ਡਿਪਾਰਟਮੈਂਟ ਵੀ ਸੈੱਟ ਕਰਦੇ ਆ ਨਾ, ਤੇ ਵੱਖਰੇ ਵੱਖਰੇ ਟਾਈਪ ਦੇ ਲੀਡਰ ਵੀ ਉਹਦੇ ਵਿੱਚ ਰੱਖਦੇ ਆ ਜਿਨ੍ਹਾਂ ਨੂੰ ਨੌਲੇਜ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਕਿ ਕਿਹੜੇ ਜਿਹੜੀ ਸੋਸਾਇਟੀ ਆ ਉਹਨਾਂ ਨੂੰ